कि आदमी वास्ते औरत चाहे वो 100 साल का है, ਉਹਦੇ ਲਈ औरत एक खिडौना है, एक मतलब खेड है जिहदे नाल ਉਹ किसी टाइम भी खेड सकता है। मैं किसी IAS ऑफिसर की बीवी ਨੂੰ ਜਾਣਦੀ ਹਾਂ, शी इज़ ऑल्सो IAS। ਉਹ थोड़ी मतलब ਜਿਹਨੂੰ ਕਹੋ कि खूबसूरत लेडी है। ਉਹ ਕਹਿੰਦੀ कि भी घर वाला मैनू अपनी प्रमोशन ਲਈ मैनू पेश कर ਦਿੰਦਾ उस बंदे को जिन्हें जो कैपेबल है प्रमोट करन दे, ठीक है, चाहे वो CM है, चाहे वो EM है, चाहे वो PM है, ਆਪਾਂ ਕਿਸੇ ਦਾ ਜ਼ਿਕਰ ਨਹੀਂ ਕਰਨਾ। ਉਹ ਕਹਿੰਦੇ कि भी उस बंदे तक मैनू ये पेश कर ਦਿੰਦਾ भी जा ਇਹਦੇ ਕੋਲ ਤੂੰ ਰਾਤ ਕੱਟ ਕੇ ਆ ਕਿ ਮੇਰੀ ਪ੍ਰਮੋਸ਼ਨ ਹੋ ਜੂਗੀ ਤੇ ਜਿਸ ਨੇ ਉਸ ਨੂੰ ਪ੍ਰਮੋਟ ਕਰਨਾ ਹੈ। ਉੱਥੇ ਤੁਸੀਂ ਕੀ ਕਰੋਗੇ? ਤੁਸੀਂ ਕਿਵੇਂ ਉਸ ਔਰਤ ਨੂੰ ਬਾਹਰ ਕੱਢੋਗੇ? ਜੀ ਨਹੀਂ, ਦੋਹਾਂ ਹੱਥਾਂ ਨਾਲ ਤਾੜੀ ਵੱਜਦੀ ਹੈ, ਇੱਕ ਹੱਥ ਨਾਲ ਤੇ ਨਹੀਂ ਵੱਜਦੀ। ਮੈਂ ਕਹਿੰਦੀ ਇੱਕ ਹੱਥ ਨਾਲ ਚੁਟਕੀ ਤੇ ਵੱਜ ਸਕਦੀ ਹੈ ਨਾ, ਤੇ ਚੁਟਕੀ ਬਹੁਤ ਖਤਰਨਾਕ ਹੈ। ਦੇਖੋ ਮੇਰੇ 'ਚ ਕੋਈ ਭੂਤ ਨਹੀਂ ਸੀਗਾ, ਮੇਰੇ 'ਚ ਕੋਈ ਪ੍ਰੇਤ ਨਹੀਂ ਸੀਗਾ, ਲੇਕਿਨ उस एपीसोड तो मैं, क्योंकि मैं वो सारा कुछ कल्ली झेल रही सीगी, मेरी साइकोलॉजी ऐसी वीक हुई। मेरी माँ ने कहा कि भी कुड़ी तो चुप चुप रहन लग गई है, तो उत्थे मैनू लै गए। उत्थे जाके मतलब मैनू पता सीगा भी इहदे कोल मेरा समाधान कोई नहीं है। उन्हें मैनू बालों तो फड़ के इंज घुमाया, पता नहीं उन्हें कुछ धूप सीगी उहदे कोल, मैं वो मारिया सिर ते, मैं खेडी ते मैं ये ते वो कुड़ी दी ये मजबूरी सी कि भी उन्हें चाचा भी, ताया भी जां होर भी जो है वो गोदी च बिठाउंदे ते बस अगे आपां थोड़ा डैश 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 छड़ दईए। दर्शक बड़े समझदार हैं। उस लेडी ने मैंने दसिया कि जी मेरी विआह हो गया है ना, बड़ा अच्छा लग्या। उहदे ससुराल वालियां कोल मतलब उत्थे मैं जांदी सीगी, मेरा फील्ड वर्क सीगा, मैनू गीत इकट्ठे करने सीगे। ਉਹ ਦੇਖਿਆ ਕਿ ਰੇੜਕਾ ਪੈ ਗਿਆ ਵੀ ਜਿੰਨਾ ਤੁਸੀਂ ਸਾਨੂੰ ਦਾਜ ਦੀ ਉਹ ਕੀਤਾ ਸੀ ਨਾ, ਪ੍ਰੋਮਿਸ ਕੀਤਾ ਸੀ, ਉਸ ਹਿਸਾਬ ਨਾਲ ਸਾਨੂੰ ਦਾਜ ਨਹੀਂ ਦਿੱਤਾ। ਅਸੀਂ ਨਹੀਂ ਰੱਖਣਾ ਕੁੜੀ ਨੂੰ। ਚਲੋ ਜੀ ਕੋਈ ਗੱਲ ਨਹੀਂ ਹੈ। ਹੁਣ ਉਹ ਝੰਜਟ ਪਏ ਨੂੰ ਇੱਕੋ ਦਮ ਤੇ ਛੱਡਿਆ ਨਹੀਂ ਜਾ ਸਕਦਾ। ਉਹ ਝੰਜਟ ਪਏ ਨੂੰ 6 ਮਹੀਨੇ ਲੰਘ ਗਏ। ਇਨ ਬਿਟਵੀਨ ਉਹ ਜੋ ਬੱਚੀ ਹੈ ਉਹ ਕਨਸੀਵ ਕਰ ਲਿਆ ਉਸਨੇ, ਉਹ ਪ੍ਰੈਗਨੈਂਟ ਹੋ ਗਈ। ਹੁਣ ਸੰਕਟ ਹੋ ਗਿਆ ਸਹੁਰਿਆਂ ਵਾਸਤੇ ਵੀ ਇਸ ਨੂੰ ਅਸੀਂ ਆਪਣੀ ਅੰਸ ਸਮੇਤ, ਹੁਣ ਸਾਡਾ ਇਹ ਮਤਲਬ ਬੱਚਾ ਹੈ, ਇਹਨੂੰ ਭੇਜੀਏ ਕਿ ਨਾ ਭੇਜੀਏ। ਉਹ ਬੜਾ ਇੱਕ ਤਰ੍ਹਾਂ ਦੀ ਕਾਂਜੀ ਘੁਲੀ ਕਈ ਦਿਨ। फिर की होया कि उन्होंने सोचा कि भी इंज करते हैं कि बच्चे दे जन्म तक इंतज़ार करते हैं, जे तो लड़की हुई फिर असी नहीं रखांगे, फिर माँ बेटी नूं असी नानके भेज देंगे, ਇਹਦੇ ਪੇਕੇ ਭੇਜ ਦਾਂਗੇ, ਤੇ ਜੇ ਲੜਕਾ ਹੋ ਗਿਆ ਤੇ ਫਿਰ ਅਸੀਂ ਰੱਖ ਲਾਂਗੇ। ਹੁਣ ਤੁਸੀਂ ਆਪਣੇ ਆਪ ਨੂੰ ਉਸ ਲੇਡੀ ਦੀ ਥਾਂ ਦੇ ਉੱਤੇ ਖੜੇ ਹੋ ਕੇ ਸੋਚੋ ਕਿ ਉਸਨੇ ਕਿੰਨੀਆਂ ਕੁ ਦੁਆਵਾਂ ਕੀਤੀਆਂ ਹੋਣੀਆਂ ਵੀ ਮੈਨੂੰ ਲੜਕਾ ਪੈਦਾ ਹੋ ਜਾਏ, ਹੈ ਨਾ। ਕਿੰਨੀਆਂ ਕੁ ਉਸਨੇ ਰਾਤਾਂ ਜਾਗ ਜਾਗ ਕੇ ਕੱਟੀਆਂ ਹੋਣੀਆਂ, ਤੇ ਕੀ ਉਸਨੇ ਫਿਊਚਰ ਦੀ ਆਪਣੀ ਉਹ ਸਾਰੀ ਪਲਾਨਿੰਗ ਕੀਤੀ ਹੋਣੀ ਵੀ ਜੇ ਲੜਕੀ ਹੋ ਗਈ ਤੇ ਮੇਰੇ ਨਾਲ ਇਹ ਹੋਏਗਾ, ਲੜਕਾ ਹੋ ਗਿਆ ਤੇ ਇਹ ਹੋਏਗਾ। ਉਹ ਉਸਨੇ ਉਸ ਬੱਚੇ ਨੂੰ ਕਿਵੇਂ ਜਨਮ ਦਿੱਤਾ, ਤੁਸੀਂ ਉਹ ਸਾਈਕੋਲੋਜੀ ਉਸ ਔਰਤ ਦੀ 9 ਮਹੀਨਿਆਂ ਦੀ ਆਪਣੇ ਜ਼ਹਿਨ ਵਿੱਚ ਰੱਖੋ। ਘੋੜੀਆਂ ਜਿਹੜੀਆਂ ਉਹ ਚੜ੍ਹਤ ਦਾ ਬਿਆਨ ਕਰਦੀਆਂ ਕਿ ਵੀ ਰਾਜਾ ਬਾਬਲ ਹੈ, ਉਹ ਬਹੁਤ ਉੱਚਾ ਹੈ, ਮੁੱਛਾਂ ਨੂੰ ਮਰੋੜੀ ਦੇਈ ਖੜਿਆ ਹੈ, ਤੇ ਲੜਕੀ ਦਾ ਬਾਪ ਜਿਹੜਾ ਹੈ ਉਹ ਧੀ ਵੀ ਦਾਨ ਕਰ ਰਿਹਾ ਹੈ, ਦਾਜ ਵੀ ਦੇ ਰਿਹਾ ਹੈ, ਸਭ ਕੁਝ ਕਰ ਰਿਹਾ ਹੈ, ਲੇਕਿਨ ਉਹ ਨੀਵਾਂ ਖੜਿਆ, ਹੱਥ ਜੋੜ ਕੇ ਖੜਿਆ। ਮੈਂ ਹਾਂ ਔਰਤ, ਮੈਂ ਹਾਂ ਦੇਵੀ, ਰੁਤਬਾ ਵਿੱਚ ਕਿਤਾਬਾਂ ਦੀ, ਗੁੰਝਲਦਾਰ ਨੇ ਤਾਣੇ ਮੇਰੇ ਜ਼ਿੰਦਗੀ ਦੀਆਂ ਹਿਸਾਬਾਂ ਦੀ, ਵਿੱਚ ਵੇਦ ਪੁਰਾਣ ਗ੍ਰੰਥਾਂ ਦੇ ਬੜਾ ਲਿਖਿਆ ਏ ਸਤਕਾਰ ਮੇਰਾ, ਕਲਯੁਗ ਦੇ ਇਸ ਜ਼ਮਾਨੇ ਵਿੱਚ ਨਿਤ ਹੁੰਦਾ ਏ ਅਪਮਾਨ ਮੇਰਾ। ਲਫ਼ਜ਼ੂ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਔਰਤਾਂ ਬਾਰੇ ਚਰਚਾ ਕਰਾਂਗੇ। ਦਰਸ਼ਕੋ, ਕੋਈ ਸਮਾਂ ਹੁੰਦਾ ਸੀ ਜਦੋਂ ਕਿਹਾ ਜਾਂਦਾ ਸੀ ਕਿ ਉਹੀ ਨਾਰ ਸੁਲੱਖਣੀ ਜਿਹਨੇ ਜਾਈ ਪਹਿਲਾਂ ਲక్ష్ਮੀ, ਤੇ ਨਾਲ ਹੀ ਇਹ ਵੀ ਚੀਜ਼ ਕਹੀ ਜਾਂਦੀ ਸੀ ਕਿ ਜਦੋਂ ਕਿਸੇ ਦੇ ਘਰ ਵਿੱਚ ਕੁੜੀ ਹੋ ਜਾਂਦੀ ਸੀ ਤਾਂ ਕਈ ਲੋਕ ਉਸ ਨੂੰ ਤੌੜੀ ਦੇ ਵਿੱਚ ਪਾ ਕੇ ਉਸਦੇ ਹੱਥ ਦੇ ਵਿੱਚ ਪੂਣੀ ਫੜਾਉਂਦੇ ਸੀ ਤੇ ਮੂੰਹ ਦੇ ਵਿੱਚ ਗੁੜ ਦੀ ਰੋੜੀ ਪਾ ਦਿੰਦੇ ਸੀ ਤੇ ਕਹਿੰਦੇ ਸੀ ਧੀਏ ਗੁੜ ਖਾਈ ਪੂਣੀ ਕੱਤੀ ਆਪ ਨਾ ਆਈ ਵੀਰ ਨੂੰ ਕੱਲੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਡਾਕਟਰ ਚਰਨਜੀਤ ਕੌਰ ਹੋਰਾਂ ਨੂੰ। ਉਹਨਾਂ ਨੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਔਰਤਾਂ ਸੰਬੰਧੀ ਕੰਮ ਕੀਤਾ ਹੈ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰਿਆ ਜੀ, ਮੈਂ ਇਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਬੋਲਦੀ ਹਾਂ, ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਲਈ, ਦਰਸ਼ਕਾਂ ਤੱਕ ਪਹੁੰਚਾਉਣ ਲਈ। ਜੀ ਮੈਮ, ਸਭ ਤੋਂ ਪਹਿਲਾਂ ਹੀ ਜਾਣਨਾ ਚਾਹਾਂਗੇ, ਤੁਹਾਨੂੰ ਇੱਕ ਲੰਬਾ ਤਜਰਬਾ ਆ, ਕਈ ਦਹਾਕੇ ਹੋ ਗਏ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਨੂੰ, ਤੁਸੀਂ ਔਰਤਾਂ ਦੀ ਸਥਿਤੀ ਨੂੰ ਨੇੜੇ ਤੋਂ ਤੱਕਿਆ ਏ। ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਸੀ ਤਾਂ ਕਿਹੋ ਜਿਹੀਆਂ ਸਥਿਤੀਆਂ ਦਾ ਔਰਤਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ? ਮੈਂ ਬਚਪਨ ਦਿਨ ਤੋਂ ਜੋ ਔਰਤ ਦੇ ਨਾਲ ਹੁੰਦੀ ਧੱਕੇਸ਼ਾਹੀ ਨੂੰ ਮੈਂ ਵੇਖਦੀ ਆ ਰਹੀ ਹਾਂ ਨਾ, ਮਤਲਬ ਮੈਨੂੰ ਇੰਝ ਲੱਗਦਾ ਹੈ ਕਿ ਵੀ ਇਹ ਜਿਹੜੀ ਔਰਤਾਂ ਹੈ ਨਾ, ਚਾਹੇ ਉਹ ਮਿਡਲ ਕਲਾਸ ਹੈ, ਚਾਹੇ ਲੋਅਰ ਕਲਾਸ ਹੈ, ਚਾਹੇ ਕਿਸੇ ਧਰਮ ਨੂੰ, ਜਾਤੀ ਨੂੰ, ਨੀਵੀਂ ਜਾਤ ਨੂੰ, ਉੱਚੀ ਨੂੰ ਬਿਲੋਂਗ ਕਰਦੀ ਹੈ, ਸਭਨਾਂ ਦੀ ਸਥਿਤੀ ਇੱਕੋ ਜਿਹੀ ਹੈ। ਬਚਪਨ ਦਿਨ ਤੋਂ ਮੈਂ ਦੇਖਦੀ ਆ ਰਹੀ ਹਾਂ ਕਿ ਲੋਕਾਂ ਦੀਆਂ ਜਿਹੜੀਆਂ ਜੈਂਟਸ ਦੀਆਂ ਨਜ਼ਰਾਂ ਹੈ ਨਾ, ਉਹ ਔਰਤ ਪ੍ਰਤੀ ਕਦੇ ਵੀ ਵਧੀਆ ਨਹੀਂ ਰਹੀਆਂ। ਮੈਂ ਇਹ ਗੱਲ ਬਚਪਨ ਦਿਨ ਤੋਂ ਨੋਟ ਕੀਤੀ। ਫਿਰ ਉਸ ਤੋਂ ਬਾਅਦ ਮੇਰੇ ਅੰਦਰ ਕਲਾਕਾਰ ਤਾਂ ਸੀਗਾ, ਕਲਾਕਾਰੀ ਮੈਂ ਲੈ ਕੇ ਪੈਦਾ ਹੋਈ ਸੀ, ਲੇਕਿਨ ਇੱਕ ਲੜਕੀ ਸਾਂ,
मेरे मैं मतलब बड़े मैं गरीब परिवार तो नहीं हाँ, मतलब मेरे फादर अच्छे मतलब ਵੈਲ ਆਫ ਫੈਮਿਲੀ ਸੀਗੀ। ਈਵਨ ਦੈਨ ਮੇਰੇ ਤੇ ਬੜੀਆਂ ਗ੍ਰਿਲਿੰਗ ਟਾਈਟ ਗ੍ਰਿਲਿੰਗਸ ਸੀਗੀਆਂ। ਉਹ ਕਿਵੇਂ ਸੀਗੀਆਂ, ਮੈਨੂੰ ਸੀਗਾ ਸ਼ੌਕ ਕਿ ਵੀ ਮੈਂ ਗਾਵਾਂ। ਬਚਪਨ ਦਿਨ 'ਚ ਮੈਂ ਸੁਰਿੰਦਰ ਕੌਰ ਨੂੰ, ਨਰਿੰਦਰ ਬੀਬਾ ਨੂੰ, ਹੋਰ ਗਾਇਕਾਵਾਂ ਨੂੰ ਸੁਣਦੀ ਸੀ ਅਤੇ ਮੇਰੇ ਕੋਲ ਵੀ ਆਵਾਜ਼ ਸੀਗੀ। ਪਰ ਇਹ ਮੈਨੂੰ ਸਮਾਜ ਵੱਲੋਂ, ਸੁਸਾਇਟੀ ਵੱਲੋਂ ਬੀਇੰਗ ਆ ਲੜਕੀ, ਬੀਇੰਗ ਆ ਲੇਡੀ, ਬੀਇੰਗ ਆ ਗਰਲ ਮੈਨੂੰ ਪਰਮਿਸ਼ਨ ਨਹੀਂ ਸੀ। ਉਹਦਾ ਰਿਜ਼ਲਟ ਕੀ ਹੋਇਆ ਕਿ ਮੇਰੇ ਅੰਦਰਲਾ ਜਿਹੜਾ ਕਲਾਕਾਰ ਸੀ ਨਾ ਉਹ ਦਬ ਕੇ ਬੈਠਾ ਰਿਹਾ ਜੀ, ਦਬ ਕੇ ਬੈਠਾ ਰਿਹਾ। ਬੜੀਆਂ ਮੁਸ਼ਕਿਲਾਂ ਦੇ ਨਾਲ ਮੈਂ ਮਤਲਬ MA MPhil ਕੀਤੀ। ਮੇਰੀ ਨੌਕਰੀ ਬੜੀ ਛੋਟੀ ਉਮਰ 'ਚ ਲੱਗ ਗਈ ਸੀਗੀ। ਮੈਂ ਸਿੱਧੀ ਪ੍ਰੋਫੈਸਰ ਸਿਲੈਕਟ ਹੋਈ ਗੌਰਮੈਂਟ ਕਾਲਜ ਫਾਰ ਵੀਮੈਨ ਰੋਹਤਕ ਦੇ ਵਿੱਚ 31 ਅਕਤੂਬਰ 79 ਨੂੰ ਮੈਂ ਉੱਥੇ ਜੁਆਇਨ ਕੀਤਾ। ਇਹ ਮੈਂ ਬੈਕਗਰਾਊਂਡ ਇਸ ਕਰਕੇ ਬੰਨੀ ਹੈ ਕਿ ਮੈਨੂੰ ਦੋਨਾਂ ਚੀਜ਼ਾਂ ਦਾ ਤਜਰਬਾ ਹੈ ਕਿ ਪਿੰਡਾਂ ਦੇ ਵਿੱਚ ਔਰਤ ਨਾਲ ਕੀ ਹੁੰਦਾ ਅਤੇ ਸ਼ਹਿਰ ਦੇ ਵਿੱਚ ਕੀ ਹੁੰਦਾ। ਤੁਹਾਨੂੰ ਤਾਜੁਬ ਹੋਏਗਾ ਜਦੋਂ ਅਸੀਂ ਪੜ੍ਹਦੇ ਸੀਗੇ ਇੰਨੀ ਕੁ ਈਵ ਟੀਜ਼ਿੰਗ ਹੁੰਦੀ ਸੀ। ਉਹਦਾ ਰੀਜ਼ਨ ਸੀਗਾ, ਸਪੋਜ਼ ਕਰੋ ਮਤਲਬ ਪੜ੍ਹਨ ਜਾਣਾ ਅਸੀਂ, ਬੱਸਾਂ 'ਤੇ ਬੜੀਆਂ ਮਤਲਬ ਇੱਕਾ ਦੁੱਕਾ ਹੁੰਦੀਆਂ ਸੀਗੀਆਂ। ਹੁਣ ਸਾਡੀ ਮਜਬੂਰੀ ਸੀ ਵੀ ਅਸੀਂ ਕਿਸੇ ਠੇਲੇ 'ਤੇ ਬੈਠ ਕੇ ਜਾਣਾ ਹੈ, ਕਿਸੇ ਗੱਡੇ 'ਤੇ ਬੈਠ ਕੇ ਜਾਣਾ ਹੈ, ਜਾਂ ਅਸੀਂ ਕਿਸੇ ਦੇ ਸਾਈਕਲ 'ਤੇ ਵੀ ਲਿਫਟ ਲੈਣੀ ਹੈ। ਅਗਲਾ ਬੰਦਾ ਗਰੈਂਟਡ ਫੋਰ ਲੈਂਦਾ ਸੀਗਾ ਵੀ ਇਹਨਾਂ ਨੂੰ ਮੈਂ ਲਿਫਟ ਦਿੱਤੀ। ਮੈਂ ਇਕੱਲੀ ਨਹੀਂ, ਉਸ ਟਾਈਮ ਦੀਆਂ ਜਿੰਨੀਆਂ ਵੀ ਲੜਕੀਆਂ ਲੇਡੀ ਪੜ੍ਹਦੀਆਂ ਸੀਗੀਆਂ ਉਹ ਸਾਰੀਆਂ ਨੂੰ ਝੱਲਣਾ ਪੈਂਦਾ ਸੀਗਾ ਕਿ ਵੀ ਇਸ ਬਦਲੇ ਦੇ ਵਿੱਚ ਨਾ ਹੁਣ ਅਸੀਂ ਇਸ ਨੂੰ ਆਪਣੀ ਬੈਲ ਗੱਡੀ 'ਚ ਬਿਠਾ ਲਿਆ ਹੈ ਜਾਂ ਆਪਾਂ ਇਸ ਨੂੰ ਰੇੜੇ 'ਤੇ ਬਿਠਾ ਲਿਆ। ਹੁਣ ਬਦਲੇ ਦੇ ਵਿੱਚ ਸਾਨੂੰ ਇਹਦਾ ਕੁਝ ਨਾ ਕੁਝ ਇਵਜ਼ ਚਾਹੀਦਾ ਹੈ। ਅਤੇ ਸਾਡੀ ਟ੍ਰੈਜਡੀ ਕੀ ਸੀਗੀ ਕਿ ਅਸੀਂ ਇਹ ਗੱਲ ਨਾ ਘਰ ਕਰ ਸਕਦੀਆਂ ਸੀ ਉਸ ਟਾਈਮ ਦੀਆਂ ਲੜਕੀਆਂ, ਨਾ ਅਸੀਂ ਕਿਸੇ ਨੂੰ ਆਪਣੇ ਫਰੈਂਡਸ ਨੂੰ ਦੱਸ ਸਕਦੀਆਂ ਸੀਗੀਆਂ। ਸਾਨੂੰ ਇੰਝ ਲੱਗਦਾ ਸੀਗਾ ਵੀ ਇਹ ਚੀਜ਼ ਸਿਰਫ ਮੇਰੇ ਨਾਲ ਹੋ ਰਹੀ ਹੈ ਅਤੇ ਲੋਕਾਂ ਨੂੰ ਕਿਸੇ ਨੂੰ ਦੱਸਾਂਗੇ ਅਗਲੇ ਕਹਿਣਗੇ ਵੀ ਤੇਰੇ 'ਚ ਵੀ ਕਮੀ ਹੋਣੀ ਜ਼ਰੂਰ ਹੈ ਨਾ। ਇਹ ਇੱਕ ਮੈਨੂੰ ਲੱਗਦਾ ਉਸ ਟਾਈਮ ਸਾਡਾ ਵਹਿਮ ਸੀਗਾ। ਅੱਜ ਦੀਆਂ ਕੁੜੀਆਂ ਨੂੰ ਮੈਂ ਇਹ ਤੁਹਾਨੂੰ ਸਾਰੀਆਂ ਨੂੰ ਕਹਿਣਾ ਚਾਹੂੰਗੀ ਵੀ ਜੋ ਕੁਝ ਵੀ ਹੁੰਦਾ ਹੈ ਨਾ ਉਹ ਆਪਣੇ ਪੇਰੈਂਟਸ ਨਾਲ, ਆਪਣੇ ਤੁਹਾਡਾ ਕੋਈ ਮੈਂਟਰ ਹੋਏਗਾ, ਤੁਹਾਡੀ ਕੋਈ ਫਰੈਂਡ, ਜ਼ਰੂਰ ਸਾਂਝਾ ਕਰੋ। ਇੱਕ ਦੋ ਘਟਨਾਵਾਂ ਮੈਂ ਤੁਹਾਨੂੰ ਦੱਸਦੀ ਹਾਂ। ਉਸ ਟਾਈਮ ਦੇ ਵਿੱਚ ਨਾ ਮਤਲਬ ਬੱਚੀਆਂ ਨੂੰ ਪੇਰੈਂਟਸ ਦੀ ਐਬਸੈਂਸ ਵਿੱਚ, ਸਪੋਜ਼ ਕਰੋ ਪੇਸ਼ੈਂਟ ਆਪਣੇ ਸਗੇ ਰਿਸ਼ਤੇਦਾਰ ਵੀ ਨਾ ਬਹੁਤ ਗੰਦੇ ਤਰੀਕੇ ਨਾਲ ਬਲੈਕਮੇਲ ਕਰਦੇ ਸੀ ਅਤੇ ਸੈਕਸ਼ੂਅਲੀ ਹਰਾਸ ਕਰਦੇ ਸੀਗੇ। ਇੱਕ ਲੜਕੀ ਸੀ ਪਰ ਮੈਂ ਉਸ ਟਾਈਮ ਮੈਂ ਆਪੇ 10 12 15 ਸਾਲ ਦੀ ਸੀ, ਮੈਂ ਉਹਦੀ ਕੋਈ ਹੈਲਪ ਤਾਂ ਨਹੀਂ ਸੀ ਕਰ ਸਕਦੀ, ਲੇਕਿਨ ਉਹ ਮੇਰੇ ਕੋਲ ਰੋਂਦੀ ਸੀਗੀ। ਉਹਨੇ ਕਹਿਣਾ ਕਿ ਵੀ ਮੇਰਾ ਚਾਚਾ ਮੈਨੂੰ ਮੇਰੀ ਆਪਣੀ ਗੋਦੀ 'ਚ ਬਿਠਾ ਲੈਂਦਾ ਅਤੇ ਆਮ ਨਾਟ ਫੀਲਿੰਗ ਗੁੱਡ, ਮਤਲਬ ਮੈਨੂੰ ਕੰਫਰਟੇਬਲ। ਮੈਂ ਕਿਹਾ ਵੀ ਤੂੰ ਨਾ ਬੈਠਿਆ ਕਰ। ਮੈਨੂੰ ਵੀ ਸਮਝ ਨਹੀਂ ਸੀ ਵੀ ਉਹ ਕਿਸ ਪੁਆਇੰਟ ਆਫ ਵਿਊ ਤੋਂ ਕਹਿ ਰਹੀ ਹੈ। ਸਾਡੇ ਟਾਈਮ ਦੀਆਂ ਲੜਕੀਆਂ ਅੱਜ ਦੇ ਬੱਚਿਆਂ, ਤੁਸੀਂ ਤਾਂ 10 11 ਸਾਲਾਂ 'ਚ ਨਾ ਬੜਾ ਕੁਝ ਸਮਝ ਜਾਂਦੇ ਹੋ। ਸਾਡੇ ਟਾਈਮ ਦੇ ਉੱਤੇ ਅਸੀਂ ਬੜਾ ਲੇਟ ਜਾ ਕੇ ਸਮਝਦੇ ਸੀ ਰਾਜੇ। ਅੱਛਾ, ਮੈਂ ਉਸ ਕੁੜੀ ਨੂੰ ਕਹਿਣਾ ਵੀ ਤੂੰ ਆਪਣੇ ਚਾਚੇ ਦੀ ਗੋਦੀ 'ਚ ਮਤ ਬੈਠ। ਹੁਣ ਇਹ ਵੀ ਉਸ ਬੱਚੀ ਦੀ ਮਜਬੂਰੀ ਹੈ ਕਿਉਂਕਿ ਉਹ ਇੰਡੀਪੈਂਡੈਂਟ ਤਾਂ ਹੈ ਨਹੀਂ ਹੈ ਬੱਚਾ। ਉਹ ਕੁੜੀ ਦੀ ਇਹ ਮਜਬੂਰੀ ਸੀ ਕਿ ਵੀ ਉਹਨੂੰ ਚਾਚਾ ਵੀ, ਤਾਇਆ ਵੀ ਜਾਂ ਹੋਰ ਵੀ ਜੋ ਹੈ ਉਹ ਗੋਦੀ 'ਚ ਬਿਠਾਉਂਦੇ ਅਤੇ ਬਸ ਅੱਗੇ ਆਪਾਂ ਉਹਨੂੰ ਥੋੜ੍ਹਾ ਡੈਸ਼ ਛੱਡ ਦਈਏ। ਦਰਸ਼ਕ ਬੜੇ ਸਮਝਦਾਰ ਹੈ ਨਾ। ਹੁਣ ਇਹ ਗੱਲਾਂ ਮੈਨੂੰ ਇੰਝ ਲੱਗਦਾ ਸੀ ਸਿਰਫ ਪਿੰਡ 'ਚ ਹੁੰਦੀਆਂ। ਮੇਰੀ ਰੋਹਤਕ ਇੱਕ ਰਿਪਿਊਟਡ ਸ਼ਹਿਰ ਹੈ ਹਰਿਆਣੇ ਦਾ, ਉੱਥੇ ਮੇਰੀ ਫਸਟ ਅਪਾਇੰਟਮੈਂਟ ਹੋਈ ਔਰ ਕੁੜੀਆਂ ਪੜ੍ਹਦੀਆਂ ਸੀਗੀਆਂ, ਹੋਸਟਲ ਸੀ ਬਹੁਤ ਵੱਡਾ। ਉਹ ਲੜਕੀਆਂ ਉਹ ਵੀ ਐਵੇਂ ਹੀ ਰੋਣ ਕਿ ਜੀ ਅਸੀਂ ਬੱਸ 'ਚ ਆਉਂਦੀਆਂ, ਸਾਡੇ ਨਾਲ ਉਹ ਕੁਝ ਹੁੰਦਾ ਹੈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਹੁਣ ਉਸ ਟਾਈਮ ਦੇ ਉੱਤੇ ਅਸੀਂ ਨਾ ਹੈਲਪਲੈਸ ਸੀਗੇ। ਕਿਹੜੀ ਕੁੜੀ ਨੂੰ ਘਰ ਤੱਕ ਛੱਡਣ ਜਾਂਦੇ, ਚਾਰੋਂ ਪਾਸੇ ਬੱਸਾਂ ਨੇ ਜਾਣਾ ਹੈ, ਅਸੀਂ ਕਿਹੜੀ ਫਿਰ ਮੈਂ ਪੁੱਛਦੀ ਉਹਨਾਂ ਨੂੰ ਕਿਉਂਕਿ ਮੇਰੀ ਸ਼ੁਰੂ ਦਿਨ ਦੀ ਬੱਚੀਆਂ ਨਾਲ ਨਾ ਮੇਰੀ ਇੱਕ ਸੰਵੇਦਨਾ ਰਹੀ ਹੈ ਨਾ। ਅਸੀਂ ਵੀ ਬਹੁਤ ਕੁਝ ਭੁਗਤਿਆ ਆਪਣੀ ਲਾਈਫ ਦੇ ਵਿੱਚ। ਹਾਲਾਂਕਿ ਮੇਰੇ ਫਾਦਰ ਬਹੁਤ ਪਿਆਰ ਕਰਦੇ ਸੀ ਮੈਨੂੰ। ਜਦੋਂ ਉਹਨਾਂ ਲੜਕੀਆਂ ਨੂੰ ਮੈਂ ਪੁੱਛਣਾ ਕਿ ਵੀ ਤੁਸੀਂ ਜੋ ਤੁਹਾਡੇ ਨਾਲ ਕੋਈ ਕੁਝ ਕਰਦਾ ਹੈ ਅਤੇ ਤੁਸੀਂ ਸ਼ੋਰ ਕਰਿਆ ਕਰੋ, वो कहन मैडम ये कैसे पॉसिबल हो सकता है, लोग घर वाले हमें पढ़ने से हटा लेंगे। फिर मैं अपने तो उस गल में एप्लीकेबल करके देखती सी कि जे मेरे नाल इंज होवे, मैं अनमैरिड हैं तो मेरे माँ बाप मैनू भी सचमुच में पढ़न तो हटा लैन, तो मैं कदों दसदी सी घर जाके। मेरे वर्गियां सारियां लड़कियां उस टाइम दे उत्ते बर्दाश्त करदियां सी और रात नूं नींद नहीं सी आउंदी भी हाए की हो गया, हुण फ्यूचर विच की होएगा, किते वो बंदा दोबारा फिर ना ब्लैकमेल करे, इस तरह दीयां गल्लां है ना। अच्छा, उस तो बाद पेरेंट्स भी सुनन नूं तैयार नहीं सी हुंदे उस टाइम दे विच। जे पेरेंट्स नूं कहना तो उन्होंने कहना तेरे नाल ही क्यों हुंदा है, होर तां किसे नाल नहीं हुंदा।
ਹੁਣ ਕਿਸੇ ਹੋਰ ਨਾਲ ਕਿਉਂ ਨਹੀਂ ਹੁੰਦਾ? ਕਿਉਂਕਿ ਕੋਈ ਵੀ ਲੜਕੀ ਆਪਣੇ ਪੇਰੈਂਟਸ ਨੂੰ ਘਰ ਆ ਕੇ ਦੱਸਦੀ ਨਹੀਂ ਸੀ। ਜੇ ਉਹ ਗੱਲਾਂ ਮਤਲਬ ਓਪਨ ਹੁੰਦੀਆਂ, ਵੋਕਲ ਹੁੰਦੀਆਂ, ਉਹ ਵਾਇਰਲ ਹੁੰਦੀਆਂ, ਤੇ ਮੈਨੂੰ ਲੱਗਦਾ ਔਰਤ ਦੀ ਸਥਿਤੀ ਅੱਜ ਇੰਨੀ ਨਾਜ਼ੁਕ ਨਾ ਹੁੰਦੀ। ਸਾਡੀ ਜਿਹੜੀ ਚੁੱਪੀ ਹੈ ਨਾ, ਸਾਡਾ ਜਿਹੜਾ ਇੱਕ ਸਟਿਗਮਾ ਅਸੀਂ ਸਮਝਦੇ ਹਾਂ ਵੀ ਜੇ ਬੋਲਾਂਗੇ ਤੇ ਪਤਾ ਨਹੀਂ, ਇੱਕੋ ਕਹਾਵਤ ਹੈ ਨਾ ਕਿ ਚੁੱਪ ਰਹਿਣਾ ਪੁੱਤਰ ਮਾੜਾ, ਬਹੁਤੀ ਬੋਲਣੀ ਧੀ, ਮਾਸ ਖਾਂਦੀ ਗਊ ਮਾੜੀ, ਘਾਹ ਚਬਾਉਂਦਾ ਸੀ, ਕੁਛ ਐਵੇਂ ਦੀ ਇੱਕ ਮਤਲਬ ਔਰਤ ਜਿਹੜੀ ਉਹ ਬੋਲ ਵੀ ਨਹੀਂ ਸਕਦੀ। ਠੀਕ ਹੈ, ਆਪਾਂ ਅੱਗੇ ਗੱਲ ਕਰਾਂਗੇ। ਮੈਂ ਸੁਹਾਗਾਂ ਘੋੜੀਆਂ ਦੇ ਵਿੱਚ ਤੁਹਾਨੂੰ ਦੱਸੂਗੀ ਕਿ ਵੀ ਸਾਡੀ ਹਾਲਤ ਕੀ ਹੈ। ਤੇ ਉੱਥੇ ਜਦੋਂ ਮੈਂ ਲੜਕੀਆਂ ਨੂੰ ਦੇਖਿਆ, ਵਿਚਰਿਆ, ਮੈਂ ਬੜੀ ਦੁਖੀ ਹੁੰਦੀ ਸੀ ਕਿ ਵੀ ਇਹ, ਮੈਂ ਤਾਂ ਸੋਚਦੀ ਸੀ ਕਿ ਪਿੰਡ ਵਿੱਚ ਚਲੋ ਛੱਡ ਆਏ ਸਾਰਾ ਕੁਛ, ਇਹ ਤਾਂ ਇੱਥੇ ਵੀ ਇਹੀ ਕੁਝ ਹੁੰਦਾ ਹੈ। ਫਿਰ ਲੜਕੀਆਂ ਨੇ ਕਹਿਣਾ ਕਿ ਜੀ ਉਹ टीचर भी हमें परेशान कर रहा है, अरे वो तो इतना सीनियर प्रोफेसर है, वो क्यों? लेकिन लग्या कि आदमी वास्ते औरत चाहे वो 100 साल ਦਾ ਹੈ, ਉਹਦੇ ਲਈ ਔਰਤ ਇੱਕ ਖਿਡੌਣਾ ਹੈ, ਇੱਕ ਮਤਲਬ ਖੇਡ ਹੈ ਜਿਹਦੇ ਨਾਲ ਉਹ ਕਿਸੇ ਟਾਈਮ ਵੀ ਖੇਡ ਸਕਦਾ ਹੈ। ਉਹ ਫਿਰ ਬਚਾਈਆਂ ਬਹੁਤ, ਮੈਂ ਇਸ ਗੱਲ ਦਾ ਮੈਨੂੰ ਮੇਰੇ ਖਾਤੇ ਦੇ ਵਿੱਚ ਲਿਖਿਆ ਗਿਆ ਹੋਇਆ ਹੈ। ਮੈਂ ਮਤਲਬ ਮਾਣ ਹੈ ਇਸ ਗੱਲ ਦਾ, ਮੈਂ ਬਹੁਤ ਲੜਕੀਆਂ ਨੂੰ ਇਹਨਾਂ ਕ੍ਰਾਈਸਿਸ ਵਿੱਚੋਂ ਕੱਢਿਆ ਹੋਇਆ ਹੈ। ਇਹ ਜਿਹੜੀ ਗੱਲ ਹੁਣ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਸੀ ਵੀ ਮੈਨੂੰ ਆਪਣੇ ਫੀਲਡ ਵਰਕ ਦੌਰਾਨ ਕਿਵੇਂ ਔਰਤਾਂ, ਮੇਰਾ ਖੇਤਰ ਰਿਹਾ ਹੈ ਹਰਿਆਣਾ ਔਰ ਪੁਆਧ, ਪੰਜਾਬ ਦਾ ਪੁਆਧ ਮਾਨੇ ਮੋਟੇ ਤੌਰ ਦੇ ਉੱਤੇ ਮੈਂ ਤੁਹਾਨੂੰ ਸਮਝ ਦਿੰਦੀ ਹਾਂ, ਪੂਰਵਾਰਧ ਜਿਹੜਾ ਏਰੀਆ ਹਰਿਆਣਾ ਔਰ ਪੰਜਾਬ ਦੀਆਂ ਹੱਦਾਂ ਦੇ ਨਾਲ ਲੱਗਦਾ ਹੈ ਨਾ, ਕਿਉਂਕਿ ਅਸੀਂ ਇੰਟਰਵਿਊ ਨੂੰ ਲੰਬਾ ਨਹੀਂ ਖਿੱਚਣਾ, ਬਸ ਤੁਹਾਨੂੰ ਇੰਨਾ ਕੁ ਦੱਸ ਦਿੱਤਾ ਕਿ ਹਰਿਆਣੇ ਦੀ ਬਾਉਂਡਰੀ ਦੇ ਨਾਲ ਲੱਗਦਾ ਏਰੀਆ ਪੁਆਧ ਹੈ। ਮੇਰਾ ਜਿਹੜਾ ਉਹ ਹੈਗਾ ਫੀਲਡ ਵਰਕ ਉਹ ਇਸ ਏਰੀਏ 'ਚ ਰਿਹਾ ਜੀ। ਇੰਨੀ ਦੁਰਗਤੀ ਹੈ ਔਰਤ ਦੀ, ਅੱਜ ਵੀ ਇੰਨੀ ਦੁਰਗਤੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਤੁਸੀਂ ਕਹਿੰਦੇ ਹੋ ਕਿ ਵੀ ਬੜੀ ਵੀਮਨ ਐਮਪਾਵਰਮੈਂਟ ਹੈ, ਬਈ ਅੱਜ ਕੱਲ੍ਹ ਔਰਤ ਹੀ ਬੜੀ ਉੜਦੰਗ ਹੋ ਗਈ ਹੈ, ਔਰਤ ਝੂਠੇ ਦਾਜ ਦੇ ਇਲਜ਼ਾਮ ਲਾ ਦਿੰਦੀ ਹੈ, ਦਿਸ ਦੈਟ, ਮੈਂ ਮੰਨਦੀ ਹਾਂ। ਉਹ ਔਰਤ ਦਾ ਇੱਕ ਵੱਖਰਾ ਐਸਪੈਕਟ ਹੈ ਔਰ ਇੱਕ ਮੁੱਠੀ ਭਰ ਔਰਤ ਹੈ, ਉਹ ਜ਼ਿਆਦਾ ਨਹੀਂ ਹੈ। ਜਿਹੜੀ ਜ਼ਿਆਦਾਤਰ ਔਰਤ ਹੈ ਉਹ ਤਾਂ ਅੱਜ ਵੀ ਉਸੇ ਤਰ੍ਹਾਂ ਪੀਸੀ ਜਾ ਰਹੀ ਹੈ, ਉਸੇ ਤਰ੍ਹਾਂ ਉਹ ਡੋਮੀਨੇਟ ਹੋ ਰਹੀ ਹੈ। ਤੁਹਾਨੂੰ ਇੱਕ ਘਟਨਾ ਮੈਂ ਦੱਸਦੀ ਹਾਂ, ਆਪਾਂ ਏਰੀਏ ਦਾ ਨਾਮ ਨਹੀਂ ਲੈਣਾ ਕਿਉਂਕਿ ਬਹੁਤ ਸਾਰੇ ਦਰਸ਼ਕ ਦੇਖ ਰਹੇ ਹੈ ਤੇ ਉਹਨਾਂ ਨੂੰ ਇੰਝ ਨਾ ਲੱਗੇ ਸਾਡੇ ਏਰੀਏ ਨੂੰ ਬਦਨਾਮ ਕਰਤਾ। ਇੱਕ ਲੇਡੀ ਦਾ ਵਿਆਹ ਹੋਇਆ, ਲੜਕੀ ਦਾ, ਉਹਨਾਂ ਨੇ ਜਿਹੜੇ ਦਾਜ ਕਿਹਾ ਸੀ ਨਾ ਵੀ ਅਸੀਂ ਤੁਹਾਨੂੰ ਇੰਨਾ ਦਾਜ ਦਿਆਂਗੇ, ਇਹ ਮੇਰੇ ਫੀਲਡ ਵਰਕ ਦੌਰਾਨ ਦੀ ਗੱਲ। ਫੀਲਡ ਵਰਕ ਕਰਦਿਆਂ ਔਰਤਾਂ ਮੇਰੇ ਨਾਲ ਜੁੜਦੀਆਂ ਸੀਗੀਆਂ ਕਿਉਂਕਿ ਮੈਂ ਕਦੇ ਆਫਿਸਰ ਬਣ ਕੇ ਉੱਥੇ ਨਹੀਂ ਗਈ, ਮੈਂ ਉਹਨਾਂ ਵਰਗੀ ਬਣ ਕੇ ਜਾਂਦੀ ਸੀਗੀ। ਉਸ ਲੇਡੀ ਨੇ ਮੈਨੂੰ ਦੱਸਿਆ ਕਿ ਜੀ ਮੇਰੀ ਵਿਆਹ ਹੋ ਗਿਆ ਹੈ ਨਾ, ਬੜਾ ਅੱਛਾ ਲੱਗਿਆ। ਉਹਦੇ ਸਸੁਰਾਲ ਵਾਲਿਆਂ ਕੋਲ ਮਤਲਬ ਉੱਥੇ ਮੈਂ ਜਾਂਦੀ ਸੀਗੀ, ਮੇਰਾ ਫੀਲਡ ਵਰਕ ਸੀਗਾ, ਮੈਨੂੰ ਗੀਤ ਇਕੱਠੇ ਕਰਨੇ ਸੀਗੇ। ਉਹ ਦੇਖਿਆ ਕਿ ਰੇੜਕਾ ਪੈ ਗਿਆ ਵੀ ਜਿੰਨਾ ਤੁਸੀਂ ਸਾਨੂੰ ਦਾਜ ਦੀ ਉਹ ਕੀਤਾ ਸੀ ਨਾ, ਪ੍ਰੋਮਿਸ ਕੀਤਾ ਸੀ, ਉਸ ਹਿਸਾਬ ਨਾਲ ਸਾਨੂੰ ਦਾਜ ਨਹੀਂ ਦਿੱਤਾ, ਅਸੀਂ ਨਹੀਂ ਰੱਖਣਾ ਕੁੜੀ ਨੂੰ। ਚਲੋ ਜੀ ਕੋਈ ਗੱਲ ਨਹੀਂ ਹੈ। ਹੁਣ ਉਹ ਝੰਜਟ ਪਏ ਨੂੰ ਇੱਕੋ ਦਮ ਤੇ ਛੱਡਿਆ ਨਹੀਂ ਜਾ ਸਕਦਾ। ਉਹ ਝੰਜਟ ਪਏ ਨੂੰ 6 ਮਹੀਨੇ ਲੰਘ ਗਏ। ਇਨ ਬਿਟਵੀਨ ਉਹ ਜੋ ਬੱਚੀ ਹੈ ਉਹ ਕਨਸੀਵ ਕਰ ਲਿਆ ਉਸਨੇ, ਉਹ ਪ੍ਰੈਗਨੈਂਟ ਹੋ ਗਈ। ਹੁਣ ਸੰਕਟ ਹੋ ਗਿਆ ਸਹੁਰਿਆਂ ਵਾਸਤੇ ਵੀ ਇਸ ਨੂੰ ਅਸੀਂ ਆਪਣੀ ਅੰਸ ਸਮੇਤ, ਹੁਣ ਸਾਡਾ ਇਹ ਮਤਲਬ ਬੱਚਾ ਹੈ, ਇਹਨੂੰ ਭੇਜੀਏ ਕਿ ਨਾ ਭੇਜੀਏ। ਉਹ ਬੜਾ ਇੱਕ ਤਰ੍ਹਾਂ ਦੀ ਕਾਂਜੀ ਘੁਲੀ ਕਈ ਦਿਨ। ਫਿਰ ਕੀ ਹੋਇਆ ਕਿ ਉਹਨਾਂ ਨੇ ਸੋਚਿਆ ਕਿ ਵੀ ਇੰਝ ਕਰਦੇ ਹਾਂ ਕਿ ਬੱਚੇ ਦੇ ਜਨਮ ਤੱਕ ਇੰਤਜ਼ਾਰ ਕਰਦੇ ਹਾਂ, ਜੇ ਤਾਂ ਲੜਕੀ ਹੋਈ ਫਿਰ ਅਸੀਂ ਨਹੀਂ ਰੱਖਾਂਗੇ, ਫਿਰ ਮਾਂ ਬੇਟੀ ਨੂੰ ਅਸੀਂ ਨਾਨਕੇ ਭੇਜ ਦਾਂਗੇ, ਇਹਦੇ ਪੇਕੇ ਭੇਜ ਦਾਂਗੇ, ਅਤੇ ਜੇ ਲੜਕਾ ਹੋ ਗਿਆ ਤਾਂ ਫਿਰ ਅਸੀਂ ਰੱਖ ਲਾਂਗੇ। ਹੁਣ ਤੁਸੀਂ ਆਪਣੇ ਆਪ ਨੂੰ ਉਸ ਲੇਡੀ ਦੀ ਥਾਂ ਦੇ ਉੱਤੇ ਖੜ੍ਹੇ ਹੋ ਕੇ ਸੋਚੋ ਕਿ ਉਸਨੇ ਕਿੰਨੀਆਂ ਕੁ ਦੁਆਵਾਂ ਕੀਤੀਆਂ ਹੋਣੀਆਂ ਵੀ ਮੈਨੂੰ ਲੜਕਾ ਪੈਦਾ ਹੋ ਜਾਏ, ਹੈ ਨਾ। ਕਿੰਨੀਆਂ ਕੁ ਉਸਨੇ ਰਾਤਾਂ ਜਾਗ ਕੇ ਕੱਟੀਆਂ ਹੋਣੀਆਂ, ਅਤੇ ਕੀ ਉਸਨੇ ਫਿਊਚਰ ਦੀ ਆਪਣੀ ਉਹ ਸਾਰੀ ਪਲਾਨਿੰਗ ਕੀਤੀ ਹੋਣੀ ਵੀ ਜੇ ਲੜਕੀ ਹੋ ਗਈ ਤਾਂ ਮੇਰੇ ਨਾਲ ਇਹ ਹੋਏਗਾ, ਲੜਕਾ ਹੋ ਗਿਆ ਤਾਂ ਇਹ ਹੋਏਗਾ। ਉਹ ਉਸਨੇ ਉਸ ਬੱਚੇ ਨੂੰ ਕਿਵੇਂ ਜਨਮ ਦਿੱਤਾ, ਤੁਸੀਂ ਉਹ ਸਾਈਕੋਲੋਜੀ ਉਸ ਔਰਤ ਦੀ 9 ਮਹੀਨਿਆਂ ਦੀ ਆਪਣੇ ਜ਼ਿਹਨ ਵਿੱਚ ਰੱਖੋ। ਮੈਂ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਕਰਾਂਗੀ ਕਿ ਵੀ ਤੁਸੀਂ ਉਸ ਔਰਤ ਦੀ ਥਾਂ ਦੇ ਉੱਤੇ ਖੜ੍ਹੇ ਹੋ ਕੇ ਸੋਚੋ। ਚਲੋ ਕਿਆ ਹੋਇਆ ਕਿ ਚੰਗੇ ਭਾਗਾਂ ਨੂੰ ਉਸ ਦੇ ਕੋਲ ਬੇਟਾ ਹੋ ਗਿਆ। ਹੁਣ ਉਹ ਬੇਟਾ ਪੈਦਾ ਨਹੀਂ ਹੋਇਆ, ਉਹ ਜੱਜ ਪੈਦਾ ਹੋਇਆ। ਉਹਨੇ ਫੈਸਲਾ ਆਪਣੀ ਮਾਂ ਦੀ ਫੇਵਰ ਵਿੱਚ ਸੁਣਾ ਦਿੱਤਾ। ਕਲੀਅਰ? ਜੇ ਲੜਕੀ ਹੁੰਦੀ ਫੈਸਲਾ ਉਹਨੇ ਵੀ ਸੁਣਾਉਣਾ ਸੀਗਾ, ਲੇਕਿਨ ਉਸਨੇ ਫੈਸਲਾ ਆਪਣੇ ਦਾਦਕਿਆਂ ਦੀ ਫੇਵਰ ਵਿੱਚ ਸੁਣਾਉਣਾ ਸੀਗਾ। ਉਹਨੂੰ ਮਾਂ ਨੂੰ ਜੋ ਹੈ ਉਹ ਪੇਕੇ ਘੱਲ ਦਿੱਤਾ ਜਾਂਦਾ ਜੀ। ਅਤੇ ਉਹ ਲੜਕੇ ਦਾ ਨਾਮ ਵੀ ਉਹਨਾਂ ਨੇ ਜੱਜ ਰੱਖਿਆ ਹੋਇਆ, ਜੱਜ ਸਿੰਘ ਉਸ ਬੱਚੇ ਦਾ ਨਾਮ ਹੈ। ਹਰਿਆਣੇ ਦੇ ਕਿਸੇ ਪਿੰਡ ਦੀ ਗੱਲ ਹੈ। ਇਹ ਔਰਤ ਦੀ ਦੁਰਦਸ਼ਾ ਹੈਗੀ ਹੈ। ਠੀਕ ਹੈ। ਹੁਣ ਤੁਹਾਨੂੰ ਲੱਗਦਾ ਤੁਸੀਂ
ਫੀਲਡ ਵਿੱਚ ਵਿਚਰਦੇ ਹੋ, ਹੈ ਨਾ, ਤੁਹਾਡਾ ਜਿਹੜਾ ਇਹ ਮਤਲਬ ਇੱਕ ਤਰ੍ਹਾਂ ਦਾ ਕਸਬ ਹੈਗਾ, ਇਹ ਲੋਕਾਂ ਦੇ ਇੰਟਰਵਿਊਜ਼ ਲੈਣਾ, ਲੋਕਾਂ ਦੇ ਵਿੱਚ ਵਿਚਰਨਾ, ਤੁਹਾਨੂੰ ਲੱਗਦਾ ਹੈ ਕਿ ਵੀ ਜਿਹੜੀ ਔਰਤ ਚਲੀ ਜਾ ਰਹੀ ਹੈ ਕਿੰਨੀ ਸੁਖੀ ਹੈ, ਕਿੰਨੀ ਖੁਸ਼ ਹੈ, ਇਹਦੇ ਨਾਲ ਤਾਂ ਕੋਈ ਇਹਨਾਂ ਦਾ ਮਤਲਬ ਕੋਈ ਹੋਇਆ ਨਹੀਂ ਹੋਣਾ ਕੋਈ ਵੀ ਕਿੱਸਾ ਕਿਸੇ ਕਿਸਮ ਦਾ। ਲੇਕਿਨ ਜਦੋਂ ਤੁਸੀਂ ਉਸ ਨੂੰ ਫਰੋਲੋਗੇ ਨਾ ਬੈਠ ਕੇ, ਇਵੇਂ ਦੀਆਂ ਘਟਨਾਵਾਂ ਤੁਹਾਨੂੰ ਉਹਨੇ ਦੱਸਣੀਆਂ, ਇਵੇਂ ਹਰ ਔਰਤ ਦੀ ਤਰਾਸਦੀ ਦੂਸਰੀ ਔਰਤ ਦੇ ਨਾਲ 100% ਮਿਲਦੀ ਹੈ ਔਰ 100% ਵੱਖਰੀ ਹੈ ਜੀ। ਸਮਝੇ? ਜੀ ਜੀ ਜੀ। ਜਿਵੇਂ ਮੈਮ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਜ਼ਿਆਦਾਤਰ ਮਰਦ ਜਿਹੜੇ ਆ ਔਰਤਾਂ ਨੂੰ ਖਿਡੌਣਾ ਸਮਝਦੇ ਆ, ਉਹਨਾਂ ਦੇ ਲਈ ਔਰਤ ਇੱਕ ਖੇਡ ਆ। ਮਰਦਾਂ ਦੀ ਮਾਨਸਿਕਤਾ ਕਿਉਂ ਬਣਦੀ ਹੈ? ਤੁਹਾਨੂੰ ਇਹਦੇ ਪਿੱਛੇ ਕਾਰਨ ਕੀ ਲੱਗਦੇ ਆ ਕਿ ਜ਼ਿਆਦਾਤਰ ਮਰਦ ਜਿਹੜੇ ਆ ਔਰਤਾਂ ਦੀ ਕਦਰ ਕਿਉਂ ਨਹੀਂ ਕਰਦੇ? ਓਕੇ ਦੇਖੋ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਸਾਡੇ ਕੋਲ ਮਾਈਥੋਲੋਜੀ ਹੈ, ਸਾਡੇ ਕੋਲ ਹਿਸਟਰੀ ਹੈ, ਅਤੇ ਸਾਡੇ ਕੋਲ ਅਜੋਕਾ ਮਤਲਬ ਅੱਜ ਦਾ ਵੀ ਟਾਈਮ ਹੈ। ਤੁਸੀਂ ਮਾਈਥੋਲੋਜੀ ਤੋਂ ਲਾ ਲਓ, ਕਿੱਥੇ ਔਰਤ ਰਹੀ ਹੈ? ਕੋਈ ਇੱਕ ਵੀ ਘਟਨਾ ਹੈ? ਇੱਕ ਘਟਨਾ ਸਾਨੂੰ ਨਹੀਂ ਮਿਲਦੀ ਹੈ ਵੀ ਜਿੱਥੇ ਔਰਤ ਕਿੱਥੇ ਔਰਤ ਸਸ਼ਕਤ ਹੋਈ ਹੈ? ਜਿੱਥੇ ਮਰਦ ਫਿਜ਼ੀਕਲੀ ਮੈਂਟਲੀ ਕਮਜ਼ੋਰ ਹੋਇਆ ਹੈ। ਉਹ ਕਿਵੇਂ? ਬਈ ਫਲਾਂ ਰਾਕਸ਼ਸ ਪੈਦਾ ਹੋ ਗਿਆ ਔਰ ਉਸ ਰਾਕਸ਼ਸ ਨੇ ਸਾਡਾ ਸੰਘਾਰ ਕਰ ਦੇਣਾ ਹੈ, ਅਤੇ ਉਸ ਰਾਕਸ਼ਸ ਨੂੰ ਮਾਰਨ ਲਈ ਹੁਣ ਕੋਈ ਸ਼ਕਤੀ ਚਾਹੀਦੀ ਹੈ, ਅਤੇ ਸ਼ਕਤੀ ਕੌਣ? ਕੋਈ ਦੇਵੀ। ਉਹਨਾਂ ਨੇ ਉਸ ਦੇਵੀ ਦੇ ਪੈਦਾ ਹੋਣ ਲਈ, ਉਸ ਦੇਵੀ ਨੂੰ ਦੇ ਆਗਮਨ ਲਈ ਦੁਆਵਾਂ ਕੀਤੀਆਂ, ਯੱਗ ਕੀਤੇ, ਤਪੱਸਿਆਵਾਂ ਕੀਤੀਆਂ। ਔਰਤ ਨੂੰ ਜਿਹੜੀਆਂ ਬਹੁਤ ਸਾਰੀਆਂ ਕਹਾਣੀਆਂ ਉਹ ਤੁਹਾਨੂੰ ਵੀ ਪਤਾ ਹੈ ਮਾਈਥੋਲੋਜੀ ਦੇ ਵਿੱਚ, ਵੀ ਜਦੋਂ ਕੋਈ ਰਾਕਸ਼ਸ ਪੈਦਾ ਹੋਇਆ ਜਿਹਦੇ ਤੋਂ ਇਹਨਾਂ ਦੇਵਤਿਆਂ ਨੂੰ ਖਤਰਾ ਹੋ ਗਿਆ, ਜਾਨ ਦਾ ਖਤਰਾ, ਮਾਲ ਦਾ ਖਤਰਾ, ਤਦ ਉਹਨਾਂ ਨੇ ਕੀਤੀ ਕਿ ਪੂਜਾ ਅਰਚਨਾ ਕੀਤੀ ਜਾਂ ਦੁਆ ਕੀਤੀ ਕਿ ਫਲਾਂ ਦੇਵੀ ਪੈਦਾ ਹੋ ਜਾਏ। ਬਹੁਤ ਸਾਰੀਆਂ ਦੇਵੀਆਂ ਨੇ ਸੰਘਾਰ ਕੀਤਾ ਰਾਕਸ਼ਸਾਂ ਦਾ। ਫਿਰ ਆ ਜਾਓ ਹਿਸਟਰੀ ਦੇ ਵਿੱਚ, ਇੱਕ ਸਾਡੇ ਕੌਲਾਂ ਕਿੱਸਾ ਹੈ, ਕੌਲਾਂ ਭਗਤਣੀ, ਹੈ ਨਾ, ਉਹਦੇ ਘਰ ਵਾਲੇ ਨੇ ਉਸ ਨੂੰ ਮਤਲਬ ਆਪਣੇ ਕਿਸੇ ਰਾਜੇ ਦੇ ਗੱਲਾਂ ਵਿੱਚ ਆ ਕੇ ਨਾ ਆਪਣੀ ਸਤੀ ਸਵਿਤਰੀ ਔਰਤ ਨੂੰ ਇਲਜ਼ਾਮ ਲਾ ਦਿੱਤਾ ਵੀ ਤੂੰ ਗੰਦੀ ਹੈ। ਉਸ ਔਰਤ ਦੇ ਉੱਤੇ ਇਲਜ਼ਾਮ ਲਗਾ ਦਿੱਤਾ ਜਿਹੜੀ ਜੇ ਸੂਰਜ ਵੱਲ ਨੂੰ ਹੱਥ ਕਰ ਦਿੰਦੀ ਸੀ ਉਹ ਸੂਰਜ ਥਾਵੇਂ ਖੜ ਜਾਂਦਾ ਸੀਗਾ, ਇੰਨੀ ਸਤੀ ਸਵਿਤਰੀ ਸੀਗੀ। ਅਤੇ ਜਦੋਂ ਉਸਨੇ ਮਤਲਬ ਉਹਨੂੰ ਕਿਹਾ ਵੀ ਤੂੰ ਆਪਣਾ ਸੁਚਰਿਤਰਵਾਨ ਹੋਣ ਲਈ ਮੈਨੂੰ ਆਪਣੇ ਉਹ ਦੇ ਕੀ ਹੈ ਤੁਹਾਡਾ ਇਮਤਿਹਾਨ ਦੇ, ਅਗਨੀ ਪ੍ਰੀਖਿਆਵਾਂ ਜੀ, ਬੜੀਆਂ ਭਿਅੰਕਰ ਅਗਨੀ ਪ੍ਰੀਖਿਆਵਾਂ 'ਚੋਂ ਲੰਘੀ ਉਹ ਔਰਤ। ਅੱਗ ਦੇ ਤਪਦੇ ਤਵੇ ਦੇ ਉੱਤੇ ਖੜਨਾ ਪਿਆ ਉਸਨੂੰ ਇੱਕ ਧਾਗੇ ਦੀ ਪੀਂਘ ਬਣਾ ਕੇ ਝੁੱਟਣਾ ਪਿਆ, ਉਸ ਨੂੰ ਬਹੁਤ ਕੁਝ ਕਰਨਾ ਪਿਆ। ਈਵਨ ਦੈਨ ਜਦ ਉਹ ਸਭ ਕਿਤੇ ਪਾਸ ਹੋ ਗਈ, ਅਤੇ ਕਵੀ ਨੇ ਜਿਸਨੇ ਕਿੱਸਾ ਲਿਖਿਆ, ਕਿੱਸੇ ਲਿਖੇ ਹੈ ਕੌਲਾਂ ਦੇ, ਕਈ ਸਾਰੇ ਕਵੀ ਹੈ, ਉਹਨਾਂ ਨੇ ਕੀ ਕਿਹਾ, ਉਹ ਅਖੀਰ ਦੇ ਵਿੱਚ ਕਹਿ ਰਹੀ ਹੈ ਕਿ ਵੀ ਹੁਣ ਬਹੁਤ ਤੈਂ ਮੇਰੀਆਂ ਇਮਤਿਹਾਨ ਲੈ ਲਏ ਅਗਨੀ ਪ੍ਰੀਖਿਆਵਾਂ। ਕੀ ਕਹਿੰਦੀ ਹੈ ਕਿ ਹੱਥ ਜੋੜ ਕੇ ਕਹਿੰਦੇ ਕਿ ਵੀ ਹੇ ਸੁਆਮੀ, ਤੀਵੀਂ ਜੁੱਤੀ ਪੈਰ ਦੀ ਲਈਏ ਝਾੜ ਕੇ ਪੈਰੀਂ ਪਾ, ਆਪਣੇ ਆਪ ਨੂੰ ਕਹਿ ਰਹੀ ਹੈ। ਹੁਣ ਇਹ ਸਥਿਤੀ ਕਿਉਂ ਆਈ ਹੈ? ਕਿਉਂਕਿ ਔਰਤ ਨੂੰ ਆਪਣੇ ਸੈਕੰਡਰੀ ਸਟੇਟਸ ਹੋਣ ਦਾ ਪੁੱਜ ਕੇ ਅਹਿਸਾਸ ਹੈ। ਇਹ ਰੀਜ਼ਨ ਹੈ ਕਿ ਆਦਮੀ ਜੋ ਹੈ ਉਹ ਔਰਤ ਨੂੰ ਮਤਲਬ ਇੱਕ ਖਿਡੌਣਾ ਸਮਝਦਾ ਹੈ। ਬਹੁਤ ਸਾਰੀਆਂ ਦੇਖੋ, ਜੇ ਅਸੀਂ ਅੱਜ ਵੀ ਕਹੀਏ ਨਾ, ਅੱਜ ਵੀ ਅਸੀਂ ਖਿਡੌਣਾ ਹੀ ਹੈ। ਬਹੁਤ ਘੱਟ ਔਰਤਾਂ ਹੈਗੀਆਂ ਜਿਨ੍ਹਾਂ, ਇਹ ਨਹੀਂ ਹੈ ਕਿ ਵੀ 100% ਮਰਦ ਮਤਲਬ ਗਲਤ ਹੈ ਜਾਂ 100% ਮਰਦ ਔਰਤ ਨੂੰ ਖਿਡੌਣਾ ਸਮਝਦੇ ਆ। ਅੱਛੇ ਲੋਕਾਂ ਦੀ ਵੀ ਕਮੀ ਨਹੀਂ ਹੈ। ਉਹ ਕੀ ਕਹਿੰਦੇ ਆ ਕਿ ਵੀ ਅੱਗ ਜਿਹੜੀ ਉਹ ਨੀਚੇ ਰਹਿੰਦੀ ਹੈ ਅਤੇ ਧੂੰਆਂ ਜਿਹੜਾ ਉੱਪਰ ਨੂੰ ਉੱਠਦਾ ਹੈ। ਜਿਹੜੀਆਂ ਗੰਦੀਆਂ ਮਤਲਬ ਹੈਗੀਆਂ ਨਾ ਗੰਦਗੀ, ਉਹ ਉੱਪਰ ਜਾਂਦੀ ਹੈ। ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਗੱਲਬਾਤ ਦੇ ਵਿੱਚ ਦੱਸਿਆ ਕਿ ਔਰਤ ਕਿਸੇ ਵੀ ਉਮਰ ਦੀ ਹੋਵੇ, ਹੈ ਨਾ, ਕਿਤੇ ਨਾ ਕਿਤੇ ਬਹੁਤ ਸਾਰੇ ਮਰਦ ਜਿਹੜੇ ਆ ਉਹਨਾਂ ਦੇ ਨਾਲ ਛੇੜਖਾਨੀ ਕਰ ਦਿੰਦੇ ਆ। ਅਸੀਂ ਅਜਿਹਾ ਕੀ ਕਰੀਏ ਕਿ ਸਾਡੇ ਸਮਾਜ ਦੇ ਵਿੱਚੋਂ ਇਹ ਉਣਤਾਈਆਂ ਖਤਮ ਹੋ ਜਾਣ, ਸਾਡੇ ਬੱਚੇ ਜਿਹੜੇ ਹੈਗੇ ਆ ਉਹ ਚੰਗੇ ਸਮਾਜ ਦਾ ਨਿਰਮਾਣ ਕਰ ਸਕਣ? ਅਜਿਹਾ ਅਸੀਂ ਕੀ ਕਰੀਏ ਜੀ? ਮੈਂ ਇਸੇ ਕੁਐਸਚਨ ਦੀ ਤੁਹਾਡੇ ਤੋਂ ਮਤਲਬ ਉਮੀਦ ਕਰਦੀ ਸੀਗੀ। ਦੇਖੋ, ਮੈਂ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਤੁਹਾਨੂੰ ਦੱਸਦੀ ਹਾਂ, ਔਰ ਇਸ ਤੋਂ ਤੁਹਾਨੂੰ ਸਾਰਿਆਂ ਨੂੰ, ਦਰਸ਼ਕਾਂ ਨੂੰ ਵੀ ਅਤੇ ਤੁਹਾਨੂੰ ਵੀ ਇੱਕ ਮੋਟੀਵੇਸ਼ਨ ਮਿਲੂਗੀ ਔਰ ਇੱਕ ਸਿੱਖਿਆ ਮਿਲੂਗੀ। ਮੇਰਾ ਬ੍ਰਦਰ, ਅਸੀਂ ਇਕੱਠੇ ਇੱਕੋ ਸਕੂਲ 'ਚ ਪੜ੍ਹਦੇ ਸੀਗੇ। ਮੇਰਾ ਬ੍ਰਦਰ ਕਿਸੇ ਗਰੁੱਪ ਦੇ ਨਾਲ ਭਿੜ ਗਿਆ, ਮਤਲਬ ਉਹ ਮੇਰੇ ਨਾਲ ਛੋਟਾ ਸੀਗਾ। ਮੈਨੂੰ ਨਹੀਂ ਪਤਾ ਕਿਹੜੀ ਗੱਲ ਤੇ ਉਹਨਾਂ ਦੀ ਲੜਾਈ ਹੋਈ। ਹੁਣ ਮੇਰੇ ਬ੍ਰਦਰ ਦੇ ਉੱਤੇ ਤੇ ਉਸ ਗਰੁੱਪ ਦਾ ਜ਼ੋਰ ਨਾ ਚੱਲਿਆ। ਉਹਨਾਂ ਨੇ ਮੈਨੂੰ ਟਾਰਗੇਟ ਕਰ ਲਿਆ। ਕਿਵੇਂ ਟਾਰਗੇਟ ਕਰ ਲਿਆ? ਕਦੇ ਤੇ ਡੈਸਕ ਦੇ ਉੱਤੇ ਮੇਰੇ ਖਿਲਾਫ ਇੰਨਾ ਗੰਦ ਲਿਖ ਦੇਣਾ, ਅੱਛਾ, ਕਦੇ ਮੈਨੂੰ ਆਉਂਦੀ ਜਾਂਦੀ ਨੂੰ ਗਲਤ ਬੋਲਣਾ। ਉਹ ਟਾਈਮ ਸੀਗਾ ਕਿ ਮੈਂ ਡਰ ਕੇ ਮੈਂ ਨਾ ਆਪਣੇ ਬ੍ਰਦਰ ਨੂੰ ਦੱਸਿਆ, ਨਾ ਆਪਣੇ ਫਾਦਰ ਨੂੰ ਦੱਸਿਆ। ਉਹਦਾ ਨੁਕਸਾਨ ਕੀ ਹੋਇਆ? ਮੇਰੀ ਸਾਈਕੋਲੋਜੀ ਵੀਕ ਹੋ ਗਈ। ਸਾਡੇ ਉੱਥੇ ਇੱਕ ਕੋਈ ਉਹਨਾਂ ਦਿਨਾਂ ਦੇ ਵਿੱਚ ਕੋਈ ਉਹ ਬਾਬੇ, ਉਹਨਾਂ ਨੂੰ ਕਹਿੰਦੇ ਸੀਗੇ, ਮਤਲਬ ਲੇਡੀ ਸੀਗੀ, ਉਹ ਪੁੱਛਾ ਦਿੰਦੀ ਸੀ ਅਤੇ ਖੇਡਦੇ ਸੀ ਉਹਦੇ ਕੋਲ ਜਾ ਕੇ। ਦੇਖੋ, ਮੇਰੇ 'ਚ ਕੋਈ ਭੂਤ ਨਹੀਂ ਸੀਗਾ,
ਮੇਰੇ 'ਚ ਕੋਈ ਪ੍ਰੇਤ ਨਹੀਂ ਸੀਗਾ। ਲੇਕਿਨ ਉਸ ਐਪੀਸੋਡ ਤੋਂ ਮੈਂ, ਕਿਉਂਕਿ ਮੈਂ ਉਹ ਸਾਰਾ ਕੁਝ ਇਕੱਲੀ ਝੇਲ ਰਹੀ ਸੀਗੀ, ਮੇਰੀ ਸਾਈਕੋਲੋਜੀ ਐਸੀ ਵੀਕ ਹੋਈ। ਮੇਰੀ ਮਾਂ ਨੇ ਕਿਹਾ ਕਿ ਵੀ ਕੁੜੀ ਤੇ ਚੁੱਪ ਰਹਿਣ ਲੱਗ ਗਈ ਹੈ, ਤੇ ਉੱਥੇ ਮੈਨੂੰ ਲੈ ਗਏ। ਉੱਥੇ ਜਾ ਕੇ ਮਤਲਬ ਮੈਨੂੰ ਪਤਾ ਸੀਗਾ ਵੀ ਇਹਦੇ ਕੋਲ ਮੇਰਾ ਸਮਾਧਾਨ ਕੋਈ ਨਹੀਂ ਹੈ। ਉਹਨੇ ਮੈਨੂੰ ਬਾਲਾਂ ਤੋਂ ਫੜ ਕੇ ਇੰਝ ਘੁਮਾਇਆ, ਪਤਾ ਨਹੀਂ ਉਹਨੇ ਕੁਝ ਧੂਪ ਸੀਗੀ ਉਹਦੇ ਕੋਲ, ਮੈਂ ਉਹ ਮਾਰਿਆ ਸਿਰ ਤੇ, ਮੈਂ ਖੇਡੀ ਤੇ ਮੈਂ ਇਹ ਤੇ ਉਹ। ਜਦੋਂ ਮੈਂ ਘਰ ਆ ਗਈ ਮੈਨੂੰ ਖਰਾਬ ਲੱਗਿਆ, ਇਹ ਕੀ, ਜੇ ਮੈਂ ਇਹ ਵਾਲੀ ਗੱਲ ਪਹਿਲਾਂ ਆਪਣੇ ਫਾਦਰ ਨੂੰ ਦੱਸ ਦਿੰਦੀ ਤੇ ਮੇਰੀ ਸਾਈਕੋਲੋਜੀ ਇੰਨੀ ਵੀਕ ਨਾ ਹੁੰਦੀ ਕਿ ਵੀ ਮੈਂ ਜਾ ਕੇ ਉੱਥੇ ਭੂਤਾਂ ਪ੍ਰੇਤਾਂ ਦਾ ਇੱਕ ਡਰਾਮਾ, ਉਹ ਦੈਟ ਵਾਜ਼ ਡਰਾਮਾ। ਮੈਂ ਆਪਣੇ ਮੂੰਹ ਮੰਨ ਰਹੀ ਕਿਉਂਕਿ ਮੈਂ ਬੱਚੀ ਸੀ। ਹੁਣ ਹੋਇਆ ਕਿਆ ਕਿ ਮੈਂ ਹਿੰਮਤ ਜੁਟਾਈ। ਮੇਰੇ ਫਾਦਰ ਸਾਡੇ ਨਾਲ ਬੜੇ ਫਰੈਂਡਲੀ ਸੀਗੇ, ਮਤਲਬ ਉਹ ਬੱਚੇ ਮਤਲਬ ਮਾਂ ਸਾਡੀ ਬਹੁਤ ਸਟ੍ਰਿਕਟ ਸੀਗੀ, ਫਾਦਰ ਮੇਰੇ ਫਰੈਂਡਲੀ ਸੀਗੇ। ਇੱਕ ਦਿਨ ਖੇਤਾਂ ਦੇ ਵਿੱਚ ਜਾਂਦੇ ਮੈਂ ਕਿਹਾ, ਪਾਪਾ ਜੀ ਵੀ ਮੈਂ ਤੁਹਾਨੂੰ ਕੁਝ ਗੱਲ ਕਰਨੀ ਸੀ। ਹਾਂ, ਕਹਿੰਦੇ ਬੋਲੋ। ਮੈਂ ਕਿਹਾ ਇੰਜ ਕਰਕੇ ਵੀ ਬ੍ਰਦਰ ਦਾ ਉਹਨਾਂ ਦੇ ਨਾਲ ਕੁਝ ਉਹ ਹੋ ਗਿਆ, ਲੜਾਈ ਝਗੜਾ, ਵੀ ਮੈਨੂੰ ਉਹਨਾਂ ਨੇ, ਮੈਂ ਸਾਰੀ ਕਹਾਣੀ ਦੱਸੀ ਜੀ। ਮੇਰੇ ਫਾਦਰ ਬੋਲੇ ਤੂੰ ਮੈਨੂੰ ਪਹਿਲਾਂ ਦੱਸਣਾ ਸੀਗਾ। ਮੈਂ ਕਿਹਾ ਪਾਪਾ ਜੀ ਮੈਨੂੰ ਤੇ ਉਦੋਂ ਮੈਂ ਉੱਥੇ ਬੀਬੀ ਮੈਨੂੰ ਲੈ ਗਈ ਤੇ ਮੈਂ ਉੱਥੇ ਖੇਡੀ ਤੇ ਮੈਂ ਉਹ ਸਿਰ ਘੁਮਾਇਆ। ਮੈਂ ਕਿਹਾ ਮੇਰੀ ਮਤਲਬ ਮੈਂ ਅੰਦਰੋਂ ਕਮਜ਼ੋਰ ਹੋ ਚੁੱਕੀ ਹੈ ਨਾ, ਉਦੋਂ ਇੰਨਾ ਹੀ ਬੋਲਣਾ ਆਉਂਦਾ ਸੀ ਜੀ। ਮੇਰੇ ਫਾਦਰ ਨੈਕਸਟ ਡੇ ਗਏ, ਪ੍ਰਿੰਸੀਪਲ ਨੂੰ ਮਿਲੇ, ਔਰ ਪ੍ਰਿੰਸੀਪਲ ਨੇ ਉਹਨਾਂ ਤਿੰਨਾਂ ਮੁੰਡਿਆਂ ਨੂੰ ਬਿਠਾ ਕੇ, ਮੈਨੂੰ ਨਹੀਂ ਪਤਾ ਕੀ ਕਿਹਾ ਕੀ ਨਹੀਂ ਕਿਹਾ, ਮੁੜ ਕੇ ਉਹਨਾਂ ਮੁੰਡਿਆਂ ਨੇ, ਮੈਂ ਜਿੱਥੋਂ ਦੀ ਜਾਂਦੀ ਸੀ ਨਾ, ਉਹ ਰਸਤਾ ਬਦਲ ਲੈਂਦੇ ਸੀਗੇ। ਠੀਕ ਹੈ, ਅੱਜ ਦੀਆਂ ਕੁੜੀਆਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਤੁਹਾਡੇ 'ਚ ਕੋਈ ਕਮੀ ਨਹੀਂ, ਤੁਹਾਡੀ ਕੋਈ ਕਸੂਰ ਨਹੀਂ ਹੈ ਕਿਤੇ, ਤੇ ਤੁਹਾਨੂੰ ਕੋਈ ਬਲੈਕਮੇਲ ਨਹੀਂ ਕਰ ਸਕਦਾ। ਸੁਸਾਈਡ ਕੌਣ ਕਰਦਾ ਹੈ? ਜਦੋਂ ਉਹਨਾਂ ਨੂੰ, ਕੁੜੀਆਂ ਨੂੰ ਪਤਾ ਹੁੰਦਾ ਵੀ ਹੁਣ ਨਾ ਸਾਡੀ ਕਿਸੇ ਨੇ ਸੁਣਵਾਈ ਕਰਨੀ, ਨਾ ਸਾਡਾ ਕੋਈ ਮਤਲਬ ਕਸੂਰ ਹੁੰਦਾ ਉਹਨਾਂ ਦਾ। ਲੜਕੀਆਂ ਨੂੰ ਮੈਂ ਇਹ ਸਿੱਖਿਆ ਦੇਵਾਂਗੀ ਵੀ ਤੁਸੀਂ ਏਜ ਤੋਂ ਪਹਿਲਾਂ ਕਿਸੇ ਵੀ ਗਲਤ ਕੰਮ 'ਚ ਨਹੀਂ ਜਾਣਾ। ਕਿਸੇ ਲੜਕੇ ਦੇ ਨਾਲ ਕੋਈ ਤੁਸੀਂ ਮਤਲਬ ਇਵੇਂ ਦਾ ਰਿਲੇਸ਼ਨ ਨਹੀਂ ਬਣਾਉਣਾ ਕਿ ਤੁਹਾਡੇ ਪੇਰੈਂਟਸ ਨੂੰ ਪਤਾ ਨਾ ਹੋਵੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਮੈਸੇਜ ਦੇਵਾਂਗੀ ਕਿ ਔਰਤ ਨੂੰ, ਲੜਕੀਆਂ ਨੂੰ ਆਪਣੀਆਂ ਦਿਲ ਦੇ ਨਾਲ ਖੋਪੜੇ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਜੀ। ਠੀਕ ਹੈ, ਬਹੁਤ ਲੜਕੀਆਂ ਬਰਬਾਦ ਹੁੰਦੀਆਂ ਦੇਖੀਆਂ ਮੈਂ, ਬਹੁਤ ਲੜਕੀਆਂ ਮੇਰੇ ਕੋਲ, ਮੈਂ ਬੀਇੰਗ ਸੋਸ਼ਲ ਵਰਕਰ, ਮੇਰੇ ਕੋਲ ਐਵੇਂ ਦੇ ਕੇਸ ਆਉਂਦੇ ਆ ਕਿ ਲੜਕੀਆਂ ਜਦੋਂ ਸਿਰ ਤੋਂ ਉੱਚਾ ਪਾਣੀ ਲੰਘ ਜਾਂਦਾ ਨਾ, ਫਿਰ ਉਹ ਸ਼ਿਕਾਇਤ ਕਰਦੀਆਂ। ਦੂਜੀ ਗੱਲ, ਇਹ 100% ਇੰਜ ਨਹੀਂ ਹੈ, ਮਤਲਬ ਜਿਵੇਂ ਬਈ 100% ਲੜਕੀਆਂ ਹੀ ਖਰਾਬ ਹੈ। ਜਿਨ੍ਹਾਂ ਬੱਚੀਆਂ ਨਾਲ ਈਵ ਟੀਜ਼ਿੰਗ ਹੁੰਦੀ ਹੈ ਜਾਂ ਜਿਨ੍ਹਾਂ ਬੱਚਿਆਂ ਨੂੰ, ਉਹ ਆਪਣੇ ਪੇਰੈਂਟਸ ਨੂੰ ਸਹੀ ਦੱਸਣ ਤੇ ਪੇਰੈਂਟਸ ਹੈਲਪ ਕਰਦੇ ਆ, ਕਿਉਂਕਿ ਅੱਜ ਹਰ ਪੇਰੈਂਟਸ ਚਾਹੁੰਦੇ ਆ, ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਕਿ ਸਾਡੀ ਬੱਚੀ ਪੜ੍ਹੇ, ਸਾਡੀ ਬੱਚੀ ਘਰ ਤੋਂ ਬਾਹਰ ਨਿਕਲੇ, ਉਹ ਇੰਡੀਪੈਂਡੈਂਟ ਹੋਵੇ, ਉਹ ਨੌਕਰੀ ਵੀ ਕਰੇ, ਉਹ ਸਮਾਰਟ ਵੀ ਹੋਵੇ, ਸਭ ਪੇਰੈਂਟਸ ਚਾਹੁੰਦੇ ਆ। ਲੇਕਿਨ ਜੇ ਤੁਹਾਡਾ ਆਪਣਾ ਕਸੂਰ ਹੋਏਗਾ, ਤੁਸੀਂ ਇਨਵੋਲਵ ਹੋਵੋਗੇ, ਫਿਰ ਪੇਰੈਂਟਸ ਵੀ ਉੱਥੇ ਕੀ ਕਰ ਲੈਣਗੇ। ਦੂਜੀ ਗੱਲ, ਔਰਤ ਨੂੰ ਇਹ ਸੋਚਣਾ ਚਾਹੀਦਾ ਕਿ ਵੀ ਜ਼ਿੰਦਗੀ ਦੇ 4 ਪੜਾਅ ਹੈਗੇ ਹੈ ਨਾ, ਕੀ ਬੋਲਦੇ ਉਹਨੂੰ, ਆਸ਼ਰਮ ਹੈ, 4 ਆਸ਼ਰਮ, ਬਾਲ ਆਸ਼ਰਮ, ਇੱਕ ਜਵਾਨੀ ਦਾ ਆਸ਼ਰਮ, ਇੱਕ ਪ੍ਰੌੜ ਆਸ਼ਰਮ ਤੇ ਇੱਕ ਵਾਨਪ੍ਰਸਥ ਆਸ਼ਰਮ। ਸਾਡੇ ਜਿਹੜੇ ਬਜ਼ੁਰਗਾਂ ਨੇ ਇਹ 25-25 ਸਾਲ ਰੱਖੇ ਆ ਨਾ, ਕੁਝ ਸੋਚ ਵਿਚਾਰ ਕੇ ਰੱਖੇ ਆ। ਸਾਡੇ ਜਿਹੜੇ ਰਿਸ਼ੀ ਮੁਨੀ ਸੀਗੇ, ਗੁਰੂ ਪੀਰ ਪੈਗੰਬਰ ਸੀਗੇ, ਉਹਨਾਂ ਨੇ ਜਿਹੜੀਆਂ ਇਹ ਧਾਰਨਾਵਾਂ ਬਣਾਈਆਂ ਨਾ, 4 ਆਸ਼ਰਮ ਬਣਾਏ ਹੈ, ਇਹਦਾ ਕੋਈ ਲੌਜਿਕ ਸੀਗਾ, ਇਹਦੇ ਪਿੱਛੇ ਕੋਈ, ਤੁਸੀਂ ਜਦੋਂ ਪਹਿਲਾਂ ਹੀ ਬਰਬਾਦ ਹੀ ਹੋਣਾ ਹੈ, ਤੁਸੀਂ ਆਪਣੇ ਦਿਲ ਦੀ ਮੰਨ ਕੇ ਹੀ ਗੱਲਾਂ ਕਰਨੀਆਂ। ਬਹੁਤ ਸਾਰੀਆਂ ਬੱਚੀਆਂ ਪ੍ਰੈਗਨੈਂਟ ਹੋ ਜਾਂਦੀਆਂ, ਬਹੁਤ ਸਾਰੀਆਂ ਬੱਚੀਆਂ ਅਬੋਰਸ਼ਨ ਕਰਵਾਉਂਦੀਆਂ, ਫਿਰ ਉਸ ਟਾਈਮ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ, ਉਹਨਾਂ ਨੂੰ ਲੱਗਦਾ ਵੀ ਸਾਡੀ ਜਾਨ ਛੁੱਟ ਜਾਏ, ਫਿਊਚਰ ਨਹੀਂ ਪਤਾ, ਫਿਰ ਉਹਨਾਂ ਦੇ ਬਾਅਦ ਵਿੱਚ ਬੱਚਾ ਨਹੀਂ ਹੋਏਗਾ, ਉਹ ਫਿਰ ਡਿਪਰੈਸ਼ਨ ਵਿੱਚ ਚਲੇ ਜਾਂਦੀਆਂ, ਸੁਸਾਈਡ ਕਰ ਲੈਂਦੀਆਂ। ਇਹ ਕੁਝ ਜਿਹੜਾ ਇਹ ਵਰਤਾਰਿਆਂ ਤੋਂ ਬਚ ਕੇ ਅਸੀਂ ਅੱਗੇ ਚੱਲੀਏ। ਬਾਕੀ ਤੇ ਮੈਨੂੰ ਲੱਗਦਾ ਜੇ ਔਰਤ ਇਨਵੋਲਵ ਨਾ ਹੋਵੇ ਤੇ ਉਹਨੂੰ ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਕੁਝ ਕਹਿ ਜਾਏ। ਪਿੰਡਾਂ ਦੇ ਵਿੱਚ ਹਾਲੇ ਬਹੁਤ ਮਤਲਬ, ਜਦੋਂ ਮੈਂ ਫੀਲਡ ਵਰਕ ਕਰਦੀ ਸੀ ਨਾ, ਮੈਂ ਔਰਤਾਂ ਨੂੰ ਕਹਿਣਾ ਵੀ ਤੁਸੀਂ ਲੜਕੀ ਨੂੰ ਕਿਉਂ ਮਰਵਾ ਦਿੰਦੀਆਂ ਹੋ। ਉਹਨਾਂ ਨੇ ਫਿਰ ਇਹ ਦੱਸਣਾ ਕਿ ਵੀ ਦੇਖੋ ਸਾਡੇ ਨਾਲ ਜਿਹੜਾ ਕੁਝ ਹੋਇਆ, ਅਸੀਂ ਨਹੀਂ ਚਾਹੁੰਦੀਆਂ ਸਾਡੀ ਲੜਕੀ ਨਾਲ ਵੀ ਇਹ ਕੁਝ ਹੋਵੇ, ਵੀ ਤੁਹਾਡੇ ਨਾਲ ਕੀ ਹੋਇਆ। ਉਹਨਾਂ ਨੇ ਕਹਿਣਾ ਸਹੁਰਾ ਵੀ ਸਾਨੂੰ ਯੂਜ਼ ਕਰ ਰਿਹਾ ਹੈ, ਦਿਓਰ ਵੀ ਯੂਜ਼ ਕਰ ਰਿਹਾ ਹੈ, ਜੇਠ ਵੀ ਯੂਜ਼ ਕਰ ਰਿਹਾ ਹੈ, ਪੇਕੇ ਘਰ ਦੇ ਵਿੱਚ ਚਾਚੇ ਤਾਏ, ਈਵਨ ਬਾਪ ਵੀ, ਮਤਲਬ ਤੁਸੀਂ ਤੇ ਘਟਨਾਵਾਂ ਅੱਜ ਕੱਲ੍ਹ ਹੈ ਨਾ, ਉਹ ਕਹਿੰਦੇ ਅਸੀਂ ਸੇਫ ਨਹੀਂ ਹਾਂ, ਅਸੀਂ ਕਿਉਂ ਬੱਚੀ ਪੈਦਾ ਕਰੀਏ, ਕਿਉਂ ਅਸੀਂ ਜਿਹੜਾ ਕੁਝ ਅਸੀਂ ਭੁਗਤਿਆ, ਇਹਦੇ ਵਿੱਚ ਸੱਚਾਈ ਵੀ ਹੈ। ਮਤਲਬ ਜੇ ਕੋਈ ਔਰਤ, ਹਾਂ ਉੱਥੇ ਹੈ ਕਿ ਜਿੱਥੇ 70% ਉਹ ਕੇਸ ਹੈ ਜਿੱਥੇ ਉਹਨਾਂ ਨੂੰ ਚਾਹੀਦਾ ਕਿ ਵੀ ਲੜਕਾ ਹੀ ਹੋਣਾ ਚਾਹੀਦਾ ਹੈ, ਉੱਥੇ ਤੇ ਮੈਂ ਮੰਨਦੀ ਹਾਂ ਕਿ ਗਲਤ ਉਹਨਾਂ ਦੀ ਧਾਰਨਾ ਹੈਗੀ ਹੈ।
ਅਸੀਂ ਆਪਣੇ ਆਪ ਨੂੰ ਹੌਲੀ ਹੌਲੀ ਸੁਧਾਰਾਂਗੇ ਤੇ ਗੱਲ ਬਣੇਗੀ। ਸਭ ਤੋਂ ਲਾਸਟ ਵਿੱਚ ਇੱਕ ਬੜਾ ਸਟੀਕ ਇਹਦਾ ਮੈਂ ਤੁਹਾਨੂੰ ਸੋਲਿਊਸ਼ਨ ਦੱਸਦੀ ਹਾਂ। ਹੁੰਦਾ ਕੀ ਹੈ, ਚਾਹੇ ਵੀਮਨ ਐਮਪਾਵਰਮੈਂਟ ਦੇ ਉੱਤੇ ਕੋਈ ਵਰਕਸ਼ਾਪ ਹੋਣੀ ਹੋਵੇ, ਪ੍ਰੋਗਰਾਮ ਹੋਣਾ ਹੋਵੇ, ਚਾਹੇ ਬੱਚੀ ਨੂੰ ਬਚਾਉਣ ਵਾਸਤੇ ਹੋਣਾ ਹੋਵੇ, ਚਾਹੇ ਭਰੂਣ ਹੱਤਿਆ ਦੇ ਖਿਲਾਫ, ਅਸੀਂ ਕੀ ਕਰਦੇ ਹਾਂ, ਇੱਕ ਪੜ੍ਹੀ ਲਿਖੀ ਜਮਾਤ, ਇੱਕ ਪ੍ਰੋਫੈਸਰ ਜਮਾਤ, ਇੱਕ ਵਕੀਲਾਂ ਦੀ ਜਮਾਤ, ਡਾਕਟਰਾਂ ਦੀ ਜਮਾਤ, ਉਹ ਕੀ ਕਰਦੀ ਹੈ, ਇੱਕ ਬੰਦ ਕਮਰੇ ਵਿੱਚ ਫੰਕਸ਼ਨ ਕਰ ਲੈਂਦੀ ਹੈ। ਉਹਨਾਂ ਨੇ ਤੁਹਾਨੂੰ ਰਿਸੋਰਸ ਪਰਸਨ ਬੁਲਾ ਲਿਆ, ਮੈਨੂੰ ਬੁਲਾ ਲਿਆ, ABC ਕਿਸੇ ਨੂੰ ਵੀ। ਅਰੇ ਅਸੀਂ ਤੇ ਆਲਰੇਡੀ ਜਾਣਦੇ ਹਾਂ, ਸਾਨੂੰ ਤੇ ਪਤਾ ਹੀ ਹੈ, ਪੜ੍ਹੇ ਲਿਖੇ ਹੈ। ਇਹ ਸਾਰਾ ਕੁਝ ਕਿੱਥੇ ਕਰਨਾ ਚਾਹੀਦਾ? ਪਿੰਡਾਂ ਵਿੱਚ ਜਾ ਕੇ। ਉਹ ਕੋਈ ਨਹੀਂ ਕਰ ਰਿਹਾ। ਮੈਂ ਚੀਖ ਮਰੀ, ਪਿੱਟ ਮਰੀ, ਉਹਨਾਂ ਸੰਸਥਾਵਾਂ ਨੂੰ ਵੀ ਕਹਿ ਕੇ ਥੱਕ ਗਈ ਜਿਹੜੀਆਂ ਮਤਲਬ ਆਪਣੇ ਆਪ ਨੂੰ ਦਮਗੱਜੇ ਮਾਰਦੀਆਂ ਕਿ ਵੀ ਅਸੀਂ ਔਰਤ ਦੀ ਫੇਵਰ ਵਿੱਚ ਬੋਲਣਾ ਚਾਹੁੰਦੇ ਹਾਂ, ਔਰਤ ਲਈ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਜਿੱਥੇ ਲੋੜ ਹੈ ਤੁਸੀਂ ਉੱਥੇ ਤੇ ਬਰਸਾਤ ਪਾਉਂਦੇ ਨਹੀਂ, ਤੇ ਸਮੁੰਦਰ 'ਚ ਬਰਸਾਤ ਪਾਉਣ ਦੀ ਕੋਈ ਤੁਕ ਨਹੀਂ ਬਣਦੀ। ਠੀਕ ਹੈ, ਮੇਨ ਹੈ ਕਿ ਵੀ ਅਸੀਂ ਪਿੰਡਾਂ ਵਿੱਚ ਨਿਕਲੀਏ। ਤੁਸੀਂ ਗਰੁੱਪ ਬਣਾਓ। ਰਿਟਾਇਰਮੈਂਟ ਤੋਂ ਬਾਅਦ ਲੋਕਾਂ ਨੂੰ ਚਾਹੀਦਾ ਹੈ ਕਿ ਥੋੜ੍ਹਾ ਟਾਈਮ ਸੋਸ਼ਲ ਸਰਵਿਸ ਲਈ ਵੀ ਦੇਣ। ਲੋਕੀ ਨਹੀਂ ਦਿੰਦੇ। ਲੋਕਾਂ ਨੂੰ ਲੱਗਦਾ ਹੈ ਮੋਟੀਆਂ ਹੋ ਜਾਣਗੀਆਂ ਔਰਤਾਂ, ਬਿਮਾਰ ਹੋ ਜਾਣਗੀਆਂ ਔਰਤਾਂ, ਆਦਮੀ ਵੀ ਹੈ ਨਾ, ਉਹ ਬੈਠੇ ਗੋਡਿਆਂ ਨੂੰ ਲੈ ਕੇ ਬੈਠੇ ਰਹਿਣਗੇ। ਅਰੇ ਤੁਸੀਂ ਸੋਸ਼ਲ ਸਰਵਿਸ ਲਈ ਨਿਕਲੋ, ਤੁਹਾਡਾ ਸਰੀਰ ਵੀ ਚੱਲੇ। ਜਦੋਂ ਤੁਸੀਂ ਬਾਹਰ ਨਿਕਲਦੇ ਹੋ ਨਾ, 4 ਬੰਦਿਆਂ ਨੂੰ ਮਿਲਦੇ ਹੋ, ਤੁਹਾਨੂੰ ਇੱਕ ਅਲੱਗ ਕਿਸਮ ਦੀ એનર્ਜੀ ਮਿਲਦੀ ਹੈ। ਸਪੋਜ਼ ਕਰੋ ਮੈਂ ਤੁਹਾਡਾ ਦੁੱਖ ਪੁੱਛਦੀ ਹਾਂ, ਫਿਰ ਮੈਨੂੰ ਲੱਗਦਾ ਕਿ ਅੱਛਾ ਮੇਰਾ ਦੁੱਖ ਤੇ ਇੰਨਾ ਵੱਡਾ ਹੈ ਹੀ ਨਹੀਂ, ਇਸ ਕੁੜੀ ਦਾ ਤੇ ਜ਼ਿਆਦਾ ਵੱਡਾ ਹੈ। ਅਸੀਂ ਫੀਲਡ ਵਿੱਚ ਨਿਕਲੀਏ, ਪਿੰਡਾਂ ਵਿੱਚ ਜਾਈਏ, ਤਦ ਤੇ ਕੋਈ ਸੁਧਾਰ ਹੋਏਗਾ। ਕਰਨੀ ਔਰ ਕਥਨੀ ਵਿੱਚ ਬੜਾ ਅੰਤਰ ਹੈ। ਮੈਂ ਜਦੋਂ ਫੀਲਡ ਵਿੱਚ ਜਾਂਦੀ ਹਾਂ, ਮੈਂ 2-4 ਬੋਲਡ ਲੇਡੀਜ਼ ਨੂੰ ਨਾਲ ਲੈ ਜਾਂਦੀ ਹਾਂ ਕਿ ਵੀ ਇਸ ਔਰਤ ਦੀ ਇਹ ਸਮੱਸਿਆ ਹੈ ਅਤੇ ਇਹਨੂੰ ਸਮਾਧਾਨ ਕਰੋ। ਉਹ ਔਰਤ ਸਭ ਤੋਂ ਪਹਿਲਾ ਕੁਐਸਚਨ ਇਹ ਪੁੱਛਦੀ ਹੈ ਕਿ ਵੀ ਅੱਜ ਦੇ ਤੁਸੀਂ ਪੰਗਾ ਪਾ ਕੇ ਚਲੇ ਜਾਓਗੇ ਅਤੇ ਕੱਲ੍ਹ ਨੂੰ ਮੈਨੂੰ ਕੌਣ ਓਟੇਗਾ? ਜਾਂ ਤਾਂ ਤੁਸੀਂ ਰਿਸਪੋਂਸੀਬਿਲਿਟੀ ਲਵੋ। ਇੱਕ ਦਿਨ ਚੱਕਰ ਮਾਰ ਕੇ ਕੁਝ ਗੱਲ ਨਹੀਂ ਬਣਦੀ। ਤੁਸੀਂ ਔਰਤਾਂ ਨੂੰ ਮੋਟੀਵੇਟ ਕਰੋ, ਨਿਕਲੋ ਮੈਦਾਨ ਵਿੱਚ। ਤੁਹਾਡੇ ਵਰਗੀਆਂ ਬੱਚੀਆਂ ਨੂੰ ਵੀ ਚਾਹੀਦਾ ਹੈ ਕਿ ਇੱਕ ਗਰੁੱਪ ਬਣਾਓ, ਜਿੰਨੇ ਕੁ ਜੋਗੀ ਮੈਂ ਹਾਂ, ਮੇਰੀ ਹੈਲਪ ਲਓ। ਮੇਰੇ ਵਰਗੇ ਹੋਰ ਵੀ ਬਹੁਤ ਲੋਕ ਹਨ ਜਿਹੜੇ ਇਸ ਅੱਛੇ ਕੰਮ ਲਈ ਅੱਗੇ ਆਉਣਗੇ। ਔਰਤਾਂ ਨੂੰ ਇਨਸਿਕਿਉਰਿਟੀ ਹੈ। ਜਦ ਤੱਕ ਸਪੋਜ਼ ਕਰੋ ਮੇਰੇ ਘਰ 'ਚ ਕੋਈ ਦਿੱਕਤ ਹੋ ਰਹੀ ਹੈ ਔਰ ਕੋਈ ਪੁਲਿਸ ਵਾਲਾ ਆ ਗਿਆ, ਉਹ ਇੱਕ ਦਿਨ ਦੇ ਵਿੱਚ ਪੁਲਿਸ ਵਾਲਾ ਕੀ ਕਰ ਲੇਗਾ ਆ ਕੇ? ਮੇਰੇ ਤੇ ਹੋਰ ਸਿਆਪੇ ਖੜੇ ਹੋ ਜਾਣੇ ਹੈ। ਉਹ ਕੱਲ੍ਹ ਨੂੰ ਤਾਨੇ ਦੇਣਗੇ। ਐਸੀਆਂ ਔਰਤਾਂ ਹੈ ਜਿਨ੍ਹਾਂ ਦਾ 100% ਕੋਈ ਕਸੂਰ ਨਹੀਂ ਹੈ, ਬਿਲਕੁਲ ਉਹ 100% ਬੇਕਸੂਰ ਹੈ, ਲੇਕਿਨ ਉਹ ਭੱਠੀ 'ਚ ਝੋਕੀਆਂ ਜਾ ਰਹੀਆਂ। ਜੇ ਉਹਨਾਂ ਨੂੰ ਕਹੋ ਵੀ ਤੁਸੀਂ ਆਵਾਜ਼ ਉਠਾਓ, ਨਾ ਤੇ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ। ਹੁਣ ਕਹਿਣ ਦਾ ਮਤਲਬ ਹੈ ਜੇ ਸਪੋਜ਼ ਕਰੋ ਮੈਂ ਨੌਕਰੀ ਨਾ ਕਰਦੀ ਹੋਵਾਂ ਅਤੇ ਮੈਨੂੰ ਇਸੇ ਘਰ 'ਚ ਗੁਜ਼ਾਰਾ ਕਰਨਾ ਹੈ ਨਾ, ਹਸਬੈਂਡ ਦੇ ਪੈਸੇ 'ਤੇ ਕਰਨਾ, ਮੁੰਡੇ 'ਤੇ ਕਰਨਾ, ਬੱਚੀ 'ਤੇ ਕਰਨਾ, ਮੈਂ ਕਿਵੇਂ ਬੋਲੂੰਗੀ? ਜਦ ਤੱਕ ਤੁਸੀਂ ਇੰਡੀਪੈਂਡੈਂਟ ਨਹੀਂ ਕਰਦੇ ਔਰਤ ਨੂੰ, ਨਾ ਤਾਂ ਕੋਈ, ਮੈਂ ਐਡੀ ਵੱਡੀ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ, ਕੋਈ ਸਰਕਾਰਾਂ ਕੁਝ ਨਹੀਂ ਕਰਦੀਆਂ, ਕੋਈ ਇਹ ਜਿਹੜੇ ਸੋਸ਼ਲ ਸਰਵਿਸਿਜ਼ ਦੇ ਉਹ ਬਣੇ ਹੋਏ ਹੈ, ਕੀ ਕਹਿੰਦੇ ਇਸ ਨੂੰ, ਗਰੁੱਪਸ ਲਗਾ ਲਓ ਤੁਸੀਂ, ਹੈ ਨਾ, ਕੀ ਕਹਾਂਗੇ, NGOs, ਇਹ ਕੁਝ ਨਹੀਂ। ਜੇ ਇਹ NGOs ਕੁਝ ਕਰਦੀਆਂ ਤਾਂ ਕਿਆ ਅੱਜ ਨੂੰ ਕੋਈ ਸੁਧਾਰ ਨਾ ਹੁੰਦਾ? ਇਹ ਉੱਪਰਲੀ ਪਰਤ ਠੀਕ ਹੈ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਪਿੰਡਾਂ ਵਿੱਚ ਜਾਂ ਗਰੀਬ ਲੋਕ ਹੀ ਸੈਕਸੁਅਲੀ ਹੈਰਾਸਮੈਂਟ ਹੁੰਦੀਆਂ? ਤੁਸੀਂ IAS ਆਫੀਸਰਾਂ ਦੇ ਬੀਵੀਆਂ ਨੂੰ ਦੇਖ ਲਓ, ਡਾਕਟਰਸ ਇੰਜੀਨੀਅਰਸ ਦੀਆਂ ਬੀਵੀਆਂ ਨੂੰ ਦੇਖ ਲਓ, ਵੱਡੇ ਵੱਡੇ ਮਿਨਿਸਟਰਾਂ ਦੇ ਘਰਾਂ ਜਾ ਕੇ ਦੇਖ ਲਓ, ਹਰ ਕਿਤੇ ਔਰਤ ਪਿਸ ਰਹੀ ਹੈ। ਜੀ, ਮੈਂ ਕਿਸੇ IAS ਆਫੀਸਰ ਦੀ ਬੀਵੀ ਨੂੰ ਜਾਣਦੀ ਹਾਂ, ਸ਼ੀ ਇਜ਼ ਆਲਸੋ IAS। ਉਹ ਥੋੜ੍ਹੀ ਮਤਲਬ ਜਿਹਨੂੰ ਕਹੋ ਕਿ ਖੂਬਸੂਰਤ ਲੇਡੀ ਹੈ। ਉਹ ਕਹਿੰਦੀ ਕਿ ਵੀ ਘਰ ਵਾਲਾ ਮੈਨੂੰ ਆਪਣੀ ਪ੍ਰਮੋਸ਼ਨ ਲਈ ਮੈਨੂੰ ਪੇਸ਼ ਕਰ ਦਿੰਦਾ, ਉਸ ਬੰਦੇ ਕੋਲ ਜਿਹਨੇ ਜੋ ਕੈਪੇਬਲ ਹੈ ਪ੍ਰਮੋਟ ਕਰਨ ਦੇ। ਠੀਕ ਹੈ, ਚਾਹੇ ਉਹ CM ਹੈ, ਚਾਹੇ ਉਹ EM ਹੈ, ਚਾਹੇ ਉਹ PM ਹੈ, ਆਪਾਂ ਕਿਸੇ ਦਾ ਜ਼ਿਕਰ ਨਹੀਂ ਕਰਨਾ। ਉਹ ਕਹਿੰਦੇ ਕਿ ਵੀ ਉਸ ਬੰਦੇ ਤੱਕ ਮੈਨੂੰ ਇਹ ਪੇਸ਼ ਕਰ ਦਿੰਦਾ ਵੀ ਜਾ ਇਹਦੇ ਕੋਲ ਤੂੰ ਰਾਤ ਕੱਟ ਕੇ ਆ ਕਿ ਮੇਰੀ ਪ੍ਰਮੋਸ਼ਨ ਹੋ ਜੂਗੀ, ਅਤੇ ਜਿਸ ਨੇ ਉਸ ਨੂੰ ਪ੍ਰਮੋਟ ਕਰਨਾ। ਉੱਥੇ ਤੁਸੀਂ ਕੀ ਕਰੋਗੇ? ਤੁਸੀਂ ਕਿਵੇਂ ਉਸ ਔਰਤ ਨੂੰ ਬਾਹਰ ਕੱਢੋਗੇ? ਕਈ ਔਰਤਾਂ ਇਹ ਸੋਚਦੀਆਂ ਕਿ ਵੀ ਸਮਾਜ ਵਿੱਚ ਸਾਡੀ ਧਾਰਨਾ ਪਤਾ ਕੀ ਬਣੀ ਵੀ ਹੈ, ਅਸੀਂ ਸੋਚਦੇ ਹਾਂ ਕਿ ਵੀ ਕੋਈ ਔਰਤ ਜਿਹੜੀ ਦਾ ਡਾਈਵੋਰਸ ਹੋਇਆ ਨਾ, ਇਹ ਬਸ ਨਹੀਂ ਸਕੀ, ਇਹਦੇ 'ਚ ਕਮੀਆਂ ਹੈ, ਇਹਦੇ 'ਤੇ ਬਸਣਾ ਹੀ ਨਹੀਂ ਸੀਗਾ। ਇਹ ਸਾਡੀ ਧਾਰਨਾ ਬਣੀ ਵੀ ਹੈ। ਜੇ ਅਸੀਂ ਉਸ ਦੀ ਸਾਈਕੋਲੋਜੀ ਨੂੰ ਸਮਝੀਏ, ਕੋਈ ਔਰਤ ਆਪਣਾ ਘਰ ਤੋੜਨਾ ਨਹੀਂ ਚਾਹੁੰਦੀ, ਚਾਹੇ ਮੈਂ ਹਾਂ, ਚਾਹੇ ਤੁਸੀਂ ਹੋ, ਚਾਹੇ ABC ਕੋਈ ਹੈ। ਜਦੋਂ ਸਿਰ ਤੋਂ ਉੱਚਾ ਪਾਣੀ ਚਲਾ ਜਾਂਦਾ ਨਾ, ਤਾਂ ਹੀ ਜਾ ਕੇ ਔਰਤ ਘਰ ਤੋੜਦੀ ਹੈ। ਉਹ ਕੀ ਕਹਿੰਦੇ ਫਿਰ? ਆਪਾਂ ਕਹਿ ਦਿੰਦੇ ਹਾਂ ਕਿ ਜੀ ਨਹੀਂ, ਦੋਹਾਂ ਹੱਥਾਂ ਨਾਲ ਤਾੜੀ ਵੱਜਦੀ ਹੈ, ਇੱਕ ਹੱਥ ਨਾਲ ਤਾਂ ਨਹੀਂ ਵੱਜਦੀ। ਮੈਂ ਕਹਿੰਦੀ ਇੱਕ ਹੱਥ ਨਾਲ ਚੁਟਕੀ 'ਤੇ ਵੱਜ ਸਕਦੀ ਹੈ ਨਾ, ਤਾਂ ਚੁਟਕੀ ਬਹੁਤ ਖਤਰਨਾਕ ਹੈ। ਜੀ, ਸਮਝੇ? ਤਾੜੀ 2 ਹੱਥਾਂ ਨਾਲ ਵੱਜਦੀ ਹੈ, ਅਤੇ ਕਿਤੇ ਕਿਤੇ ਚੁਟਕੀ ਵੱਜਦੀ ਹੈ, ਅਤੇ ਚੁਟਕੀ ਜ਼ਿਆਦਾ ਖਤਰਨਾਕ ਹੈ 2 ਹੱਥਾਂ ਦੀ ਤਾੜੀ ਨਾਲੋਂ। ਜੀ ਬਿਲਕੁਲ, ਠੀਕ ਹੈ ਨਾ। ਸੋ ਬਹੁਤ ਸਾਰੀਆਂ ਗੱਲਾਂ ਹੈ ਇੰਜ, ਜਿਵੇਂ ਤੁਸੀਂ ਇੰਟਰਵਿਊ ਲੋਕ ਦੇਖਣਗੇ,
ਹੈ ਨਾ। ਮੇਰੇ ਵਰਗੀ ਤੁਸੀਂ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਇੰਟਰਵਿਊਜ਼ ਲਈਆਂ ਹੋਣੀਆਂ। ਮੈਂ ਇਹ ਨਹੀਂ ਕਹਿੰਦੀ ਕਿ ਕੁਝ ਫਰਕ ਨਹੀਂ ਪੈਣਾ, ਜ਼ਰੂਰ ਫਰਕ ਪਏਗਾ। ਮੇਰੇ ਵਿਚਾਰ ਹੈ, ਲੋਕ ਸੁਣਨਗੇ, ਜਿਨ੍ਹਾਂ ਦੀ ਤੁਸੀਂ ਹੋਰਾਂ ਦੀ ਇੰਟਰਵਿਊ ਲਈ ਉਹ ਵੀ ਉਹਨਾਂ ਦੇ ਵਿਚਾਰ ਸੁਣਨਗੇ, ਉਹਦੇ ਨਾਲ ਫਰਕ ਪੈਂਦਾ ਹੈ। ਲੇਕਿਨ ਜੇ ਅਸੀਂ ਸਪੀਡ ਫੜਨਾ ਚਾਹੁੰਦੇ ਹਾਂ ਨਾ, ਸਾਨੂੰ ਆਪਣੀ NGOs ਕੀ ਕਰਦੀਆਂ, ਉਹ ਫੰਡਸ ਲੈ ਲੇ, ਉਹ ਫੰਕਸ਼ਨ ਕਰ ਲੇ। ਸਪੋਜ਼ ਕਰੋ ਤੁਹਾਡੀ ਕੋਈ NGO ਹੈ, ਤੁਸੀਂ ਆਪੇ ਦੇ ਪ੍ਰੋਗਰਾਮ ਉਲੀਕਣਾ, ਆਪੇ ਤੁਸੀਂ ਉਸ ਨੂੰ ਫਾਈਨਲ ਕਰਨਾ ਹੈ। ਅਤੇ ਮੈਂ ਗੌਰਮੈਂਟ ਨੂੰ ਕੀ ਪਤਾ ਤੁਸੀਂ ਕੀ ਕਰ ਰਹੇ ਹੋ ਅਤੇ ਕੀ ਨਹੀਂ ਕਰ ਰਹੇ। ਆਊਟਪੁੱਟ ਦਿਓ ਨਾ। ਆਊਟਪੁੱਟ ਕਿਹੜੀ NGO ਦੇ ਰਹੀ ਹੈ? ਕੋਈ NGO ਨਹੀਂ ਦੇ ਰਹੀ। ਲੋਕੀ ਕਈਆਂ ਦਾ ਤਾਂ ਧੰਦਾ ਪੈਸੇ ਬਣਾਉਣ ਦਾ, ਤੁਸੀਂ ਨਿਊਜ਼ਪੇਪਰ ਵਿੱਚ ਪੜ੍ਹਦੇ ਹੀ ਹੋ। ਕਈ ਸਾਰੀਆਂ NGOs ਤਾਂ ਸਿਰਫ ਇਸ ਕਰਕੇ ਚੱਲ ਰਹੀਆਂ ਕਿ ਉਹਨਾਂ ਨੇ ਪੈਸਾ ਕਮਾਉਣਾ ਹੈ ਅਤੇ ਉਹਨਾਂ ਨੇ ਆਪਣਾ ਇੱਕ ਉਹ ਸਟੇਟਸ ਬਣਾਈ ਰੱਖਣਾ। ਸਮਾਜ ਦਾ ਕੁਝ ਸਮਾਰਾ ਨਾ, ਫਿਰ ਦੁਨੀਆ ਦੇ ਉੱਤੇ ਆਉਣ ਦਾ ਫਾਇਦਾ ਕੀ ਹੋਇਆ? ਕੁਝ ਤਾਂ ਬੰਦਾ ਕਰੇ। ਚਲਦਿਆਂ ਮੈਂ ਤੁਹਾਨੂੰ ਇੱਕ ਪੁਆਧ ਏਰੀਆ, ਜਿਹੜਾ ਇਹ ਸਾਡਾ ਪੁਆਧ ਏਰੀਆ, ਇਹਦੀ ਮੈਂ ਤੁਹਾਨੂੰ ਇੱਕ ਉਹ ਦੱਸਣਾ ਚਾਹੂੰਗੀ। ਸਾਰੇ ਸੁਹਾਗਾਂ ਦੇ ਵਿੱਚ ਔਰਤ ਦੀ ਦੁਰਗਤੀ ਹੈ। ਕਿਵੇਂ ਦੁਰਗਤੀ ਹੈ? ਉਹ ਮਨਸੀ ਜਾ ਰਹੀ ਹੈ, ਉਹ ਦਾਨ ਕੀਤੀ ਜਾ ਰਹੀ ਹੈ ਨਾ। ਧੀਆਂ ਦੇ ਗਊਆਂ ਦੇ ਦਾਨ ਪਾਧੇ ਪੰਡਤ ਲੈਂਦੇ, ਧੀਆਂ ਦੇ ਦਾਨ ਜਵਾਈ ਵੇ ਰੰਗ ਰਤੜਿਆ ਕਾਨਾ, ਬੇਦੀ ਦੇ ਅੰਦਰ ਕਿਉਂ ਨਹੀਂ ਆਉਂਦਾ। ਸੁਹਾਗਾਂ ਦੇ ਵਿੱਚ ਔਰਤ ਆਪਣੇ ਆਪ ਨੂੰ ਨਿਲਾਮ ਕਰਕੇ, ਆਪਣੇ ਆਪ ਨੂੰ ਦਾਨ ਕਰਵਾ ਕੇ ਨਾ, ਉਹ ਖੁਸ਼ ਹੋ ਰਹੀ ਹੈ। ਅਦਰਵਾਈਜ਼ ਤਾਂ ਔਰਤ ਸੁਹਾਗ ਔਰਤ ਨੇ ਰਚੇ ਆ ਨਾ, ਉਹ ਕਿਉਂ ਰਚਦੀ? ਲੇਕਿਨ ਜਿਹੜੇ ਲੋਕ ਗੀਤ ਹੈ ਉਹ ਸੱਚ ਬੋਲਦੇ ਆ, ਸਮੇਂ ਦਾ ਸੱਚ। ਜੇ ਇੰਝ ਦਾ ਵਰਤਾਰਾ ਹੈ ਬੱਚਿਓ, ਮਤਲਬ ਬਹੁਤ ਗੱਲਾਂ ਕਰਨ ਵਾਲੀਆਂ ਹੈਗੀਆਂ। ਜਦੋਂ ਘੋੜੀਆਂ ਦੇ ਵਿੱਚ ਕੀ ਹੈ, ਭਰਾਵਾਂ ਦੀਆਂ ਜੋੜੀਆਂ ਦਾ ਜ਼ਿਕਰ ਹੈ ਨਾ। ਹਰ ਚੌਥੀ ਘੋੜੀ ਦੇ ਵਿੱਚ ਭਰਾਵਾਂ ਦੀਆਂ ਜੋੜੀਆਂ ਦਾ। ਕਿਹਦੇ ਸੁਹਾਗਾਂ ਦੇ ਵਿੱਚ ਭੈਣ ਦਾ ਜ਼ਿਕਰ ਨਹੀਂ ਹੈ, ਉੱਥੇ ਸਖੀਆਂ ਸਹੇਲੀਆਂ ਦਾ ਜ਼ਿਕਰ ਹੈ ਜੀ। ਠੀਕ ਹੈ, ਬਿਲਕੁਲ ਸਖੀਆਂ ਸਹੇਲੀਆਂ। ਉਹ 60 ਸਹੇਲੀਆਂ ਦੇ ਵਿੱਚ ਸੈਲਾਂ ਕਰਨ ਜਾਂਦੀ ਹੈ, 60 ਸਹੇਲੀਆਂ ਦੇ ਨਾਲ ਉਹਦੀਆਂ 60 ਸਹੇਲੀਆਂ ਹੀ ਉਹਦੇ ਅਗਲ ਬਗਲ ਖੜੀਆਂ। ਹੁਣ ਕਦੇ ਸੋਚਿਆ ਕਿ ਇਸ ਵਰਤਾਰੇ ਦੇ ਪਿੱਛੇ ਕਾਰਨ ਕੀ ਹੈ? ਅਰੇ ਜਦੋਂ ਦੂਜੀ ਕੁੜੀ ਪੈਦਾ ਹੀ ਨਹੀਂ ਹੋਣ ਦਿੱਤੀ ਸਮਾਜ ਨੇ, ਤੇ ਉੱਥੇ ਭੈਣਾਂ ਦੀਆਂ ਜੋੜੀਆਂ ਕਿੱਥੋਂ ਆਉਣਗੀਆਂ? ਸੁਹਾਗਾਂ ਘੋੜੀਆਂ ਦੇ ਵਿੱਚ ਇੰਨਾ ਕੁਝ ਪਿਆ ਨਾ, ਸਿੱਖਣ ਵਾਲਾ ਅਤੇ ਸਮਝਣ ਵਾਲਾ। ਘੋੜੀਆਂ ਜਿਹੜੀਆਂ ਉਹ ਚੜ੍ਹਤ ਦਾ ਬਿਆਨ ਕਰਦੀਆਂ ਕਿ ਵੀ ਰਾਜਾ ਬਾਬਲ ਹੈ, ਉਹ ਬਹੁਤ ਉੱਚਾ ਹੈ, ਮੁੱਛਾਂ ਨੂੰ ਮਰੋੜੀ ਦੇਈ ਖੜਿਆ ਹੈ। ਅਤੇ ਲੜਕੀ ਦਾ ਬਾਪ ਜਿਹੜਾ ਹੈ, ਉਹ ਧੀ ਵੀ ਦਾਨ ਕਰ ਰਿਹਾ ਹੈ, ਦਾਜ ਵੀ ਦੇ ਰਿਹਾ ਹੈ, ਸਭ ਕੁਝ ਕਰ ਰਿਹਾ ਹੈ, ਲੇਕਿਨ ਉਹ ਨੀਵਾਂ ਖੜਿਆ, ਹੱਥ ਜੋੜ ਕੇ ਖੜਿਆ ਜੀ। ਧੀ ਦਾ ਬਾਪ ਕਿਉਂ? ਰੀਜ਼ਨ ਕੀ ਹੈ? ਉਹਦਾ ਕਸੂਰ ਕੀ ਹੈ ਕਿ ਸਿਰਫ ਲੜਕੀ ਦਾ ਫਾਦਰ ਹੈ। ਉਹ ਲੜਕੀ ਕਹਿ ਰਹੀ ਹੈ ਕਿ ਆਪਣੇ ਬਾਪ ਨੂੰ ਕਿ ਵੀ ਚੌਸਰ ਨਾ ਵਿਛਾਈ ਧਰਮੀ ਬਾਬਲ, ਆਪਣੇ ਬਾਪ ਨੂੰ ਕਹਿ ਰਹੀ ਹੈ। ਕਿਉਂ ਕਹਿੰਦੀ ਇੱਕ ਜੱਗ ਦਾ ਦਸਤੂਰ ਹੈ, ਧਰਮੀ ਬਾਬਲ ਨੇ ਹਾਰਨਾ ਹੀ ਹਾਰਨਾ ਹੈ। ਠੀਕ ਹੈ, ਹੁਣ ਇਹ ਗੱਲ ਉਹ ਕਿਉਂ ਕਹਿ ਰਹੀ ਹੈ? ਉਹਨੂੰ ਪਤਾ ਹੈ ਕਿ ਵੀ ਧੀ ਦਾ ਬਾਪ ਤੇ ਹਾਰੇਗਾ ਹੀ ਹਾਰੇਗਾ, 100% ਹਾਰੇਗਾ। ਇੰਨੇ ਗਜਬ ਦੇ ਸੁਹਾਗ ਘੋੜੀਆਂ ਸਿਰਜੇ ਹੋਏ ਆ ਨਾ ਔਰਤ ਨੇ, ਅਤੇ ਤੁਸੀਂ ਉਹਨਾਂ ਔਰਤਾਂ ਨੂੰ ਅਨਪੜ੍ਹ ਕਹਿੰਦੀਆਂ ਹੋ। ਅੱਜ ਤੋਂ 400 ਸਾਲ ਪਹਿਲਾਂ ਦੀ ਔਰਤ, ਜਿਹਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀਗਾ, ਜਿਹਨੂੰ ਸਮਝਿਆ ਜਾਂਦਾ ਸੀ ਵੀ ਇਹ ਤਾਂ ਮੂਰਖ ਹੈ, ਇਹ ਤਾਂ ਸਿਰਫ ਘਰ ਦੀ ਚਾਰ ਦੀਵਾਰੀ ਤੱਕ ਹੀ ਰਹੇਗੀ, ਉਸ ਔਰਤ ਨੇ ਉਹ ਉੱਚ ਕਲਾ ਦੇ, ਉੱਚ ਕੋਟੀ ਦੇ ਸੁਹਾਗ ਘੋੜੀਆਂ ਲੋਕ ਗੀਤ ਸਿਰਜ ਦਿੱਤੇ ਕਿ ਮੇਰੇ ਵਰਗਾ, ਤੁਹਾਡੇ ਵਰਗਾ ਬੰਦਾ ਜਿਹੜਾ ਆਪਣੇ ਆਪ ਨੂੰ 30 ਮਾਰਕਾਂ ਸਮਝਦਾ ਹੈ ਕਿ ਵੀ ਅਸੀਂ ਤਾਂ ਬਹੁਤ ਪੜ੍ਹੇ ਲਿਖੇ ਹਾਂ, ਤੁਸੀਂ 4 ਲਾਈਨਾਂ ਨਹੀਂ ਲਿਖ ਸਕਦੇ ਜੀ। ਸਮਝ ਗਏ ਨਾ? ਮੇਰੇ ਏਰੀਏ ਦੀ ਔਰਤ ਨੂੰ ਉਹ ਸਸ਼ਕਤ ਵੀ ਹੈ। ਐਸਾ ਗੱਲ ਨਹੀਂ ਹੈ ਕਿ ਵੀ ਸਾਰੀਆਂ ਔਰਤਾਂ ਹੀ ਮਤਲਬ ਸਸ਼ਕਤ ਨਹੀਂ ਹੈ। ਮੈਂ ਤਾਂ ਐਸੀਆਂ ਔਰਤਾਂ ਦੇਖੀਆਂ। ਇੱਕ ਮੇਰੇ ਕੋਈ ਰਿਸ਼ਤੇਦਾਰਾਂ ਵਿੱਚ ਲੇਡੀ ਹੈ, ਉਹ ਕਹਿੰਦੇ ਕਿ ਵੀ ਮਤਲਬ ਤੁਹਾਡਾ ਦਾਦਾ ਮੈਨੂੰ ਕਹਿੰਦੇ ਰੋਜ਼ ਕੁੱਟ ਦਿੰਦਾ ਸੀਗਾ, ਔਰ ਕਹਿੰਦੀ ਇਕੱਲੀ ਮੈਂ, ਘਰ ਦੇ ਵਿੱਚ ਕੋਈ ਹੋਰ ਹੈ ਨਹੀਂ ਸੀ, ਸੱਸ ਦਰਾਣੀ ਜਠਾਣੀ। ਕਹਿੰਦੀ ਇੱਕ ਦਿਨ ਮੈਨੂੰ ਲੱਗਿਆ ਕਿ ਵੀ ਇਹ ਮੈਨੂੰ ਰੋਜ਼ ਕੁੱਟਦਾ ਹੈ ਬਿਨਾਂ ਕਿਸੇ ਮੇਰੇ ਕਸੂਰ ਦੇ, ਅਤੇ ਕਿਸੇ ਦਿਨ ਇਹਨੂੰ ਕਹਿੰਦੀ ਮੈਂ ਇੱਕ ਦਿਨ ਉਹਨੇ ਮੇਰੇ ਮਾਰਿਆ, ਮੈਂ ਕਹਿੰਦੀ ਉਹਦੇ ਦੋਨਾਂ ਪਾਸੇ 2 ਮਾਰਤੇ। ਕਹਿੰਦੀ ਕੰਨ ਫੜ ਕੇ ਖੜਾ ਹੋ ਗਿਆ ਮੁੜ ਅੱਜ ਦਿਨ ਤੱਕ ਕਹਿੰਦੀ ਬੁੱਢੇ ਨੇ ਮੈਨੂੰ ਕੁਝ ਕਿਹਾ ਨਹੀਂ। ਇਹ ਤਾਂ ਇੱਕ ਐਗਜ਼ਾਮ। ਮੈਂ ਇਹ ਨਹੀਂ ਕਹਿੰਦੀ ਕਿ ਵੀ ਤੁਸੀਂ ਵੀ ਹੱਥ ਚੱਕੋ, ਲੇਕਿਨ ਤੁਸੀਂ ਉਹ ਹੱਥ ਚੱਕਣ ਦੀ ਨੌਬਤ ਹੀ ਨਾ ਆਉਣ ਦਿਓ। ਠੀਕ ਹੈ, ਔਰਤ ਕੋਲ ਬੜਾ ਮਤਲਬ ਸੁਲਝਾਓ ਹੈ, ਔਰਤ ਕੋਲ ਬੜਾ ਦਿਮਾਗ ਹੈ, ਸੰਵੇਦਨਾ ਹੈ। ਔਰਤ ਦੀ ਸਾਈਕੋਲੋਜੀ ਮਰਦ ਨਾਲੋਂ ਵੱਖਰੀ ਹੈ। ਉਹ ਚਾਹੇ ਤਾਂ ਸਾਰਾ ਕੁਝ ਮੋਲਡ ਕਰ ਜਿਹੜੀ ਤੁਸੀਂ ਗੱਲ ਕੀਤੀ ਸੀ, ਸਭ ਤੋਂ ਪਹਿਲਾ ਸੈਂਟੈਂਸ ਤੁਹਾਡਾ ਸੀਗਾ ਵੀ ਚਾਟੀ 'ਚ ਪਾ ਕੇ ਦੱਬ ਆਉਂਦੇ ਸੀਗੇ। ਚਾਟੀ 'ਚ ਪਾ ਕੇ ਜਿਹੜਾ ਦੱਬਣ ਵਾਲਾ ਕੰਮ ਹੈ ਨਾ, ਉਹ ਪਤਾ ਕਿਉਂ ਸੀਗਾ? ਕਿਉਂਕਿ ਪਹਿਲਾਂ ਡਿਟੈਕਟ ਨਹੀਂ ਸੀ ਹੁੰਦਾ ਵੀ ਲੜਕਾ ਹੈ ਕਿ ਲੜਕੀ ਹੈ, ਅਤੇ ਉਹ ਕੀਰਨੇ ਵੀ ਇਹੀ ਪਾਉਂਦੇ ਸੀਗੇ, ਤੂੰ ਮੁੜਨਾ ਆਈ ਧੀਏ ਲਾਡਲੀਏ,
ਹੈ ਵੀਰੇ ਨੂੰ ਘੱਲਣੀ ਧੀਏ ਲਾਡਲੀ, ਇਹ ਕੀਰਨੇ ਪਾਉਂਦੀਆਂ ਸੀ ਔਰਤਾਂ ਸਾਡੇ। ਅਸੀਂ ਜਦੋਂ ਛੋਟੇ ਸੀਗੇ ਤੇ ਕੀਰਨੇ ਪਾਉਂਦੇ ਸੀਗੇ ਕਿ ਵੀ ਤੇਰੀ ਬੂਆ ਲਿਆਵੇ ਪੋਟੇ ਧੀਏ ਲਾਡਲੀਏ, ਤੇ ਉਹਦਾ ਸੋਨੇ ਚਾਂਦੀ ਦਾ ਪਲਣਾ। ਅਰੇ ਤੁਸੀਂ ਲੜਕੀ ਨੂੰ ਰੋ ਰਹੇ ਹੋ ਕਿ ਲੜਕੇ ਦੀ ਆਮਦ ਨੂੰ ਰੋ ਰਹੇ ਹੋ? ਠੀਕ ਹੈ ਨਾ। ਇਹ ਸਾਰੀਆਂ ਚਲੋ ਖੈਰ ਅੱਜ ਮੈਨੂੰ ਲੱਗਦਾ ਕਿ ਲੜਕੀ ਦੇ ਪੈਦਾ ਹੋਣ 'ਤੇ ਇੰਨਾ ਦੁੱਖ ਲੋਕਾਂ ਨੂੰ ਨਹੀਂ ਹੁੰਦਾ, ਪਰ 100% ਤੇ ਚਲੋ ਨਹੀਂ, ਲੇਕਿਨ 99% ਲੋਕਾਂ ਦੀ ਜੇ 2 ਲੜਕੀਆਂ ਤੇ ਤੀਜੇ ਲੜਕੇ ਦੀ ਇੱਛਾ ਰਹਿੰਦੀ ਹੈ। ਬਿਲਕੁਲ ਸਮਝ ਗਏ ਨਾ। ਤੇ 2 ਲੜਕੇ ਆ, ਕਿਸੇ ਨੇ ਤੀਜੀ ਲੜਕੀ, ਕੋਈ ਰੇਅਰ ਮੰਗਦੇ ਆ ਲੋਕ। 2 ਲੜਕਿਆਂ ਤੋਂ ਬਾਅਦ ਲੜਕੀ ਮੰਗਦੇ ਆ। ਬਹੁਤ ਸਾਰੇ ਲੋਕ ਐ ਐਸੇ ਕਿ ਵੀ ਸਾਨੂੰ ਚਾਹੀਦੀ ਹੈ ਕੁੜੀ। ਬਹੁਤ ਸਾਰੇ ਲੋਕ ਤੇ ਇਸ ਕਰਕੇ ਜੇ ਮੈਂ ਕਿਸੇ ਨੂੰ ਪੁੱਛਿਆ ਵੀ ਮੁੰਡੇ ਚੱਲ ਕੀ ਮੁੰਡੇ ਤੇ ਲੋਕ ਮੰਗਦੇ ਆ ਤੇ ਤੁਸੀਂ ਕੁੜੀ ਕਿਉਂ ਮੰਗਣ ਲੱਗੇ ਹੋ? ਕਹਿੰਦੇ ਬੀਬੀ ਇੱਕ ਵੈਤਰਣੀ ਨਦੀ ਹੈ, ਉਹ ਕਹਿੰਦੇ ਤਾਦੀ ਪਾਰ ਹੁੰਦੀ ਹੈ ਜੇ ਤੁਸੀਂ ਲੜਕੀ ਦਾ ਕੰਨਿਆਦਾਨ ਕਰੋ। ਮੈਂ ਕਹਿੰਦੇ ਤੁਸੀਂ ਕਿਸੇ ਹੋਰ ਕੁੜੀ ਦਾ ਕੰਨਿਆਦਾਨ ਕਰ ਦਿਓ। ਕਹਿੰਦੇ ਨਹੀਂ, ਆਪਣੀ ਦਾ ਹੀ ਲੱਗਦਾ ਹੈ। ਸਮਝੇ ਨਾ। ਇਵੇਂ ਦੇ ਲੋਕ ਵੀ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਤੇ ਸਾਡੀਆਂ ਖੁਦ ਦੀਆਂ ਸਿਹੜੀਆਂ ਹੋਈਆਂ ਜੀ। ਜਦੋਂ ਅਸੀਂ ਗਲਤ ਚੱਲਦੇ ਹਾਂ ਤੇ ਸਾਨੂੰ ਭੁਗਤਣਾ ਪੈਂਦਾ ਹੈ ਜੀ। ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਧੰਨਵਾਦ ਕਰ ਹੀ ਨਹੀਂ ਸਕਦੀ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਤੁਸੀਂ ਮੈਨੂੰ ਮੌਕਾ ਦਿੱਤਾ ਤੇ ਦਰਸ਼ਕਾਂ ਨੂੰ ਵੀ ਮੈਂ ਇਹੀ ਕਹੂੰਗੀ ਕਿ ਕੋਈ ਗੱਲ ਘੱਟ ਵੱਧ ਤੁਹਾਡੀ ਸੋਚ ਦੇ ਖਿਲਾਫ ਕੁਝ ਬੋਲਿਆ ਗਿਆ ਹੋਵੇ। ਮੇਰਾ ਮਕਸਦ ਜੋ ਹੈ ਕਿਸੇ ਦੇ ਫੀਲਿੰਗਸ ਨੂੰ ਹਰਟ ਕਰਨਾ ਨਹੀਂ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੇਰੇ ਕੋਲ ਆ ਕੇ ਮੈਨੂੰ ਮੌਕਾ ਦਿੱਤਾ। ਦਰਸ਼ਕੋ, ਵਾਕਈ ਮੈਡਮ ਹੋਰਾਂ ਨੇ ਬਾਖੂਬੀ ਦੱਸਿਆ ਹੈਗਾ ਕਿ ਸਾਡੇ ਸਮਾਜ ਦੇ ਵਿੱਚ ਕਿਹੜੀਆਂ ਜਿਹੜੀਆਂ ਨੇ ਚੁਣੌਤੀਆਂ ਸਾਹਮਣਾ ਕਰਨਾ ਪੈ ਰਿਹਾ ਤੇ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇੱਕ ਵਧੀਆ ਸਮਾਜ ਸਿਰਜਣਾ ਚਾਹੁੰਦੇ ਹਾਂ ਤੇ ਮਰਦ ਤੇ ਔਰਤ ਇਹ ਮਿਲ ਕੇ ਕੰਮ ਕਰਨ ਤਾਂ ਇੱਕ ਅਸੀਂ ਵਧੀਆ ਸਮਾਜ ਸਿਰਜ ਸਕਦੇ ਹਾਂ। ਵਧੀਆ ਸਮਾਜ ਸਿਰਜਣ ਦੇ ਲਈ ਔਰਤ ਤੇ ਮਰਦ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਅਗਾਂਹ ਵਧਣਗੇ ਤਾਂ ਇੱਕ ਨਰੋਏ ਸਮਾਜ ਦਾ ਨਿਰਮਾਣ ਹੋਵੇਗਾ। ਇਸ ਦੇ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਵਧੀਆ ਸਮਾਜ ਸਿਰਜਣ ਲਈ ਆਪਣੇ ਬੱਚਿਆਂ ਦੀ ਪਰਵਰਿਸ਼ ਅਜਿਹੀ ਕਰੀਏ ਕਿ ਉਹ ਸਭ ਨੂੰ ਇੱਕੋ ਵਰਗਾ ਸਮਝਣ। ਹੁਣ ਮੈਨੂੰ ਦਮਨ ਪਿੰਨੂ ਦਿਓ ਆ ਗਿਆ। ਧੰਨਵਾਦ।